ਸ਼੍ਰੀ ਅਕਾਲ। ਮੈਂ ਸਵਰਨਵੀਰ ਸਿੰਘ ਆਪ ਸਾਰੇ ਜੀ ਦਾ ਇੱਕ ਵਾਰੀ ਫਿਰ 5K ਬ੍ਰੌਡਕਾਸਟਿੰਗ ਦੇ ਵਿੱਚ ਵੈਲਕਮ ਕਰਦਾ ਹਾਂ। ਜੀ ਆਇਆਂ ਨੂੰ ਕਹਿੰਦਾ ਹਾਂ। ਜਿਸ ਤਰ੍ਹਾਂ ਕਿ ਅਸੀਂ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਜਿਹੜਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਲੈਕਸ਼ਨ ਨੇ ਉਹ ਸ਼ੁਰੂ ਹੋ ਗਏ ਨੇ, ਉਸ ਦੀ ਬਿਗੁਲ ਜਿਹੜੀ ਇਹ ਵੱਧ ਚੁੱਕੀ ਹੈ। ਅਸੀਂ ਵੀ ਇਸ ਦੇ ਬਾਰੇ ਪੂਰੀ ਡਿਟੇਲ ਟਾਈਮ ਤੇ ਤੁਹਾਨੂੰ ਦਿੰਦੇ ਰਹਾਂਗੇ। ਸਾਡੇ ਨਾਲ ਅਸੀਂ ਜਿਹੜੀ ਪਿਛਲੇ ਮੁੱਦੇ ਤੇ ਗੱਲ ਕੀਤੀ ਸੀ ਬਾਲਾ ਸਾਹਿਬ ਹਸਪੀਟਲ ਦੀ, ਜਿਹਨੂੰ ਕਿ ਡਾਇਲਿਸਿਸ ਸੈਂਟਰ ਦੇ ਵਿੱਚ ਕਨਵਰਟ ਕਰਕੇ ਸੰਗਤਾਂ ਨੂੰ ਇੱਕ ਧੋਖਾ ਜਿਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਦਲ ਦਲ ਵੱਲੋਂ ਕਿ ਉੱਥੇ ਡਾਇਲਿਸਿਸ ਸੈਂਟਰ ਬਣਾਤਾ ਗਿਆ ਵੇ। ਲੇਕਿਨ ਉਹ ਡਾਇਲਿਸਿਸ ਸੈਂਟਰ ਦੀ ਜਿਹੜੀ ਅਸਲੀ ਕਹਾਣੀ ਖੁੱਲ ਕੇ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਆਈ ਹੈ ਕਿ ਉਹ ਡਾਇਲਿਸਿਸ ਸੈਂਟਰ ਸੀ ਜਿਹੜਾ ਉਹ ਕਿਸੇ NGO ਨੂੰ ਦਿੱਤਾ ਗਿਆ ਵੇ। ਮੇਨ ਮਨੀ ਹੈਗੀ ਹੈ ਜਿਹੜੀ ਸਾਰੀ NGO ਨੂੰ ਜਾ ਰਹੀ ਹੈ, ਤੇ ਖਰਚਾ ਤੇ ਕੰਸਟਰਕਸ਼ਨ ਤੇ ਐਵਰੀਥਿੰਗ ਜਿਹੜੀ ਹੈਗੀ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਬੇਅਰ ਕਰ ਰਹੀ ਹੈ। ਇਹ ਇਸ ਤਰ੍ਹਾਂ ਦਾ ਘਪਲਾ ਕਿਉਂ ਕੀਤਾ ਗਿਆ, ਔਰ ਇਹ ਸਾਰੀ ਜਿਹੜੀ ਜਾਣਕਾਰੀ ਹੈ ਐਕਚੁਅਲ ਦੇ ਵਿੱਚ ਮਰਵਾਹਾ ਸਾਹਿਬ, ਤਰਵਿੰਦਰ ਸਿੰਘ ਮਰਵਾਹਾ ਸਾਹਿਬ, ਜਿਹੜੇ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਨੇ, ਐਕਸ ਪਾਰਲੀਮੈਂਟ ਸੈਕਟਰੀ ਨੇ ਤੇ ਐਕਸ MLA ਵੀ ਨੇ, ਚੰਗਾ ਐਕਸਪੀਰੀਅੰਸ ਹੈ ਔਰ ਸ਼ੁਰੂ ਤੋਂ ਹੀ ਦਿੱਲੀ ਦੀ ਸਿੱਖ ਪੋਲਿਟਿਕਸ ਦੇ ਵਿੱਚ ਕਾਫੀ ਵੱਧ ਚੜ ਕੇ ਹਿੱਸਾ ਲਿਆ ਵੇ। ਉਹ ਸਾਡੇ ਨਾਲ ਮੌਜੂਦ ਨੇ ਤੇ ਨਾਲ ਸਾਡੇ ਨਾਲ ਸੁਪ੍ਰੀਤ ਸਿੰਘ ਵੀ ਨੇ ਜੋ ਕਿ ਸਿੱਖ ਐਕਟਿਵਿਸਟ ਨੇ, ਜਿਹੜੇ ਕਿ ਇਸ ਸਾਰੇ ਮਸਲੇ ਨੂੰ ਬੜੇ ਨੇੜੇ ਦੀ ਨਿਗਾਹ ਨਾਲ ਦੇਖ ਰਹੇ ਨੇ, ਬੜਾ ਇੰਟਰਸਟ ਲੈ ਰਹੇ ਨੇ। ਸਪੈਸ਼ਲੀ ਉਹਨਾਂ ਦਾ ਜਿਹੜਾ ਇੰਟਰਸਟ ਹੈ ਉਹ ਸਿਰਫ ਸਿੱਖ ਸੰਗਤਾਂ ਵਾਸਤੇ ਵੇ, ਉਹਨਾਂ ਦਾ ਆਪਣਾ ਪਰਸਨਲ ਇਹਦੇ ਵਿੱਚ ਕੋਈ ਇੰਟਰਸਟ ਨਹੀਂ ਹੈ। ਮੈਂ ਦੋਹਾਂ ਮਹਿਮਾਨਾਂ ਨੂੰ ਜੀ ਆਇਆਂ ਕਹਿਣਾ। ਵੀਰ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ੁਰੂਆਤ ਕਰਾਂਗਾ ਤਰਵਿੰਦਰ ਸਿੰਘ ਜੀ ਨਾਲ। ਮਰਵਾਹਾ ਸਾਹਿਬ, ਇਹ ਜਿਹੜਾ ਬਾਲਾ ਸਾਹਿਬ ਦਾ ਨਵਾਂ ਇੱਕ ਚੈਪਟਰ ਖੁੱਲਿਆ ਵੇ ਡਾਇਲਿਸਿਸ ਸੈਂਟਰ ਦਾ, ਫਿਰ ਉਸ ਤੋਂ ਬਾਅਦ ਪਤਾ ਲੱਗਿਆ ਜੀ ਡਾਇਲਿਸਿਸ ਸੈਂਟਰ ਨੂੰ ਕਿਸੇ NGO ਨੂੰ ਦਿੱਤਾ ਗਿਆ ਵੇ। ਫਿਰ ਪਤਾ ਲੱਗਿਆ ਜੀ ਉਹ NGO ਜਿਹੜੀ ਹੈਗੀ ਹੈ ਮੇਨ ਇਨਕਮ ਚੱਕ ਕੇ ਉਹ ਲੈ ਕੇ ਜਾ ਰਹੀ ਹੈ। ਕਿਹਾ ਇਹ ਵੀ ਜਾ ਰਿਹਾ ਕਿ 550 ਤੱਕ ਗੁਰਦੁਆਰਿਆਂ ਨੂੰ ਆਉਣਗੇ, ਪਰ ਜਿੱਥੋਂ ਤੱਕ ਸਾਡੀ ਸਟੱਡੀ ਹੈ ਉਹ 550 ਦੇ ਵਿੱਚੋਂ ਵੀ ਜਿਹੜਾ ਬਹੁਤ ਜ਼ਿਆਦਾ ਹਿੱਸਾ ਵੇ ਉਹ ਉਹਦੀ ਮੇਨਟੇਨੈਂਸ ਦੇ ਵਿੱਚ ਚਲਾ ਜਾਏਗਾ। ਡਾਕਟਰ ਦੀ ਦੇਖ ਰਖਾਵ, ਪੂਰੇ ਬਿਲਡਿੰਗ ਦੀ ਦੇਖ ਰਖਾਵ, ਜੋ ਉੱਥੇ ਜਿਹੜਾ ਸਟਾਫ ਰੱਖਣਗੇ ਉਹ ਸਾਰਾ ਉਹਦੇ 'ਚ। ਤੇ ਇਹ ਸਾਰਾ ਮਸਲਾ ਕੀ ਹੈ, ਤੁਸੀਂ ਕੁਝ ਸ਼ਬਦਾਂ ਦੇ ਵਿੱਚ ਸਾਡੀ ਸੰਗਤਾਂ ਨੂੰ, ਸਾਡੇ ਵਿਊਅਰਸ ਨੂੰ ਦੱਸਣ ਦੀ ਖੇਚਲ ਕਰੋ ਜੀ। ਸਭ ਤੋਂ ਪਹਿਲੇ ਤੇ ਮੈਂ ਉਸੇ ਇਲਾਕੇ ਦਾ ਮੈਂਬਰ ਹੈਗਾ ਵਾਂ ਜਿੱਥੇ ਬਾਲਾ ਸਾਹਿਬ ਗੁਰਦੁਆਰਾ ਹੈਗਾ ਜੀ। ਸਭ ਤੋਂ ਵੱਡੀ ਗੱਲ ਹੈ, ਅੱਜ ਤੱਕ 7 ਸਾਲ 9 ਮਹੀਨੇ ਤੋਂ ਅਸੀਂ ਜਦੋਂ ਵੀ ਮੀਟਿੰਗ ਕੀਤੀ ਹੈ ਸਿਰਫ 500 550 ਬੈੱਡ ਦੇ ਹਸਪੀਟਲ, ਜਿਹੜਾ ਬਾਬਾ ਹਰਬੰਸ ਸਿੰਘ ਜੀ ਦੀ ਆਖਰੀ ਖੁਆਇਸ਼ ਸੀ ਜਿੱਥੇ 550 ਦਾ ਬੈੱਡ ਦਾ ਹਸਪੀਟਲ ਬਣਨਾ ਚਾਹੀਦਾ। 7 ਸਾਲ 6 ਮਹੀਨੇ ਅਸੀਂ ਇਸੀ ਤੇ ਚਰਚਾ ਕਰਦੇ ਰਹੇ ਹਾਂ। ਜਦ ਵੀ ਉੱਥੇ ਮੀਟਿੰਗ ਹੁੰਦੀ ਸੀ ਔਰ ਇਹ ਹਮੇਸ਼ਾ ਹੀ ਕਹਿੰਦੇ ਸੀ, ਪਹਿਲਾ ਪ੍ਰੈਜ਼ੀਡੈਂਟ ਵੀ ਜਿਹੜਾ ਸੀ ਉਹ ਵੀ ਕਹਿੰਦਾ ਸੀ ਹੁਣ ਸ਼ੁਰੂ ਕਰ ਰਹੇ ਹਾਂ, ਦੂਸਰਾ ਜਿਹੜਾ ਪ੍ਰੈਜ਼ੀਡੈਂਟ ਆਇਆ ਉਹ ਵੀ ਕਹਿੰਦਾ ਸੀ ਹੁਣ ਸ਼ੁਰੂ ਕਰ ਰਹੇ ਹਾਂ। ਹੁਣ ਇਹਨਾਂ ਨੇ 9 ਮਹੀਨੇ ਪਹਿਲੇ, 10 ਮਹੀਨੇ ਪਹਿਲੇ ਬਾਬਾ ਬਚਨ ਸਿੰਘ ਜਿਹੜੇ ਕਾਰ ਸੇਵਾ ਵਾਲੇ ਹੈਗੇ ਨੇ, ਇਸ ਵਕਤ ਬਾਬਾ ਹਰਬੰਸ ਸਿੰਘ ਦੇ ਅਨੁਆਈ, ਉਹਨਾਂ ਦੇ ਨਾਲ ਮੀਟਿੰਗ ਹੋਈ ਹੈ। ਰਕਾਬਗੰਜ ਗੁਰਦੁਆਰਾ ਇਹਨਾਂ ਨੇ ਸਭ ਨੇ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ 550 ਬੈੱਡ ਦਾ ਹਸਪੀਟਲ ਸ਼ੁਰੂ ਬਾਬਾ ਬਚਨ ਸਿੰਘ ਜੀ ਦੇ ਹੱਥੋਂ ਸ਼ੁਰੂ ਕਰਾ ਰਹੇ। ਇਹ ਜਿਹੜੀ ਗੱਲ ਹੈਗੀ ਹੈ ਡਾਇਲਿਸਿਸ ਦੀ, ਇਹ ਤੇ ਹੁਣ 3 ਮਹੀਨੇ ਤੋਂ ਪਤਾ ਨਹੀਂ ਇਹਨਾਂ ਨੂੰ ਭੂਤ ਚਿਪਟਿਆ ਕੀ ਹੋਇਆ। ਮੈਂ ਡਾਇਲਿਸਿਸ ਦੇ ਜਿਹੜੇ ਖਿਲਾਫ ਨਹੀਂ ਹੈਗਾ ਵਾ, ਲੇਕਿਨ ਆਪਣੇ ਕੋਲ 550 ਬੈੱਡ ਦੇ ਹਸਪੀਟਲ ਵਿੱਚ ਤੋਂ ਅਲੱਗ ਜਗ੍ਹਾ ਵੀ ਉੱਥੇ ਪਈ ਹੈਗੀ ਹੈ, 1 ਏਕੜ 1.5 ਏਕੜ ਉੱਤੇ ਪਈ ਹੈਗੀ ਹੈ। ਦੂਸਰੀ ਗੱਲ, ਪੁਰਾਣਾ ਹਸਪੀਟਲ ਵੀ ਹੈਗਾ। ਅਗਰ ਤੁਸੀਂ ਡਾਇਲਿਸਿਸ ਵਾਸਤੇ ਕਿਸੇ NGO ਨਾਲ ਗੱਲ ਵੀ ਕੀਤੀ ਹੈਗੀ ਹੈ ਤੇ ਤੁਸੀਂ ਪੁਰਾਣਾ ਹਸਪੀਟਲ ਉਹਨੂੰ ਦੇ ਦਿਓ, ਉੱਥੇ ਜਿਹੜਾ 50 ਬੈੱਡ ਦਾ ਹੈਗਾ ਉਹਨੂੰ ਇੱਧਰ ਲੈ ਕੇ ਆ ਜਾਓ। ਤੁਸੀਂ ਜਿਹੜੀ ਖਾਲੀ ਜਗ੍ਹਾ ਹੈ ਜਦ ਬਾਬਾ ਹਰਬੰਸ ਸਿੰਘ ਜੀ ਦੇ ਬਚਨ ਸਿੰਘ ਜੀ ਨੇ ਲਗਾਇਆ ਹੈ, ਤੁਸੀਂ ਜਿੱਥੇ ਖਾਲੀ ਜਗ੍ਹਾ ਹੈਗੀ ਹੈ ਇੱਕ ਸੈੱਟ ਉੱਥੇ ਬਣਾ ਕੇ ਦੇ ਦਿਓ। ਜਿਹੜਾ 3 ਕਰੋੜ ਰੁਪਏ ਉੱਥੇ ਲਗਾਇਆ ਤੁਸੀਂ ਉੱਥੇ ਬਣਾ ਕੇ ਦੇ ਦਿਓ। ਦੂਸਰੀ ਗੱਲ ਇਹ ਹੈ ਕਿ 3-4 ਮਹੀਨੇ ਵਿੱਚ ਇਹ ਡਾਇਲਿਸਿਸ ਦਾ ਜਿਹੜਾ ਸਾਰਾ ਪ੍ਰੋਸੀਜਰ ਹੋਇਆ, ਤੁਸੀਂ 8 7 ਸਾਲ 6 ਮਹੀਨੇ ਤੁਸੀਂ ਸੁੱਤੇ ਰਹੇ। ਜਦੋਂ ਗੱਲ ਆਈ ਹਸਪੀਟਲ ਦੀ ਤੇ ਤੁਸੀਂ ਡਾਇਲਿਸਿਸ ਵਾਲੇ ਨੂੰ ਦੇ ਦਿੱਤੀ ਔਰ ਤੁਸੀਂ ਫਰੰਟ ਦੇ ਦਿੱਤਾ। ਇੱਕ ਤਰਫੋਂ ਤੇ 550 ਬੈੱਡ ਦਾ ਹਸਪੀਟਲ ਬਣਾਉਣ ਜਾ ਰਿਹਾ, ਇੱਕ ਤਰਫੋਂ ਤੁਸੀਂ ਡਾਇਲਿਸਿਸ ਵਾਲੇ ਨੂੰ, NGO ਨੂੰ ਤੁਸੀਂ ਅਗਰ ਫਰੰਟ ਦੇ ਦਿਓਗੇ, ਇੱਕ ਹਿੱਸਾ ਪੂਰਾ ਇੱਕ ਜਿਹੜਾ ਹੈਗਾ ਹਿੱਸਾ ਉਹਨਾਂ ਨੂੰ।
ਹੁਣ ਜਦੋਂ 550 ਬੈੱਡ ਦਾ ਅਸੀਂ ਹਸਪੀਟਲ ਸ਼ੁਰੂ ਕਰਾਂਗੇ ਤੇ ਉਸ ਵਕਤ ਅਸਾਂ ਕੋਲ ਫਰੰਟ ਨਹੀਂ ਹੋਏਗਾ ਤੇ ਅਸੀਂ ਐਮਰਜੈਂਸੀ ਕਿੱਥੇ ਬਣਾਵਾਂਗੇ? ਜੀ ਕਿਸੇ ਹਸਪੀਟਲ ਦੀ ਐਮਰਜੈਂਸੀ ਬੈਕ ਸਾਈਡ ਬਣੀ ਦੇਖੀ ਹੈਗੀ ਹੈ? ਅਗਰ ਤੁਸੀਂ ਡਾਇਲਸਿਸ ਦਾ ਕਰਨਾ ਵੀ ਸੀ ਕਿਸੇ ਐਨਜੀਓ ਨਾਲ, ਉਹਨੂੰ ਬੇਸਮੈਂਟ ਦੀ ਜਗ੍ਹਾ ਤੇ, ਲੇਕਿਨ ਮੈਨੂੰ ਲੱਗਦਾ ਹੈ ਇਹਦੇ 'ਚ ਬੜਾ ਵੱਡਾ ਘਪਲਾ ਹੈਗਾ ਹੈ। ਔਰ ਮੈਂ ਤੇ ਸੰਗਤਾਂ ਨੂੰ ਅਪੀਲ ਕਰਾਂਗਾ, ਯੂਕੇ ਵਾਲੀਆਂ ਵੀ ਸੰਗਤਾਂ ਨੂੰ ਅਪੀਲ ਕਰਾਂਗਾ, ਤੁਸੀਂ ਇਹਨਾਂ ਦੇ ਬਿਲਕੁਲ ਉਹਦੇ ਵਿੱਚ ਨਾ ਆਓ। ਇਹ ਐਨਜੀਓ ਦੇ ਨਾਮ ਤੇ ਜਿਹੜੀ ਗ੍ਰਾਈ ਕਰ ਰਹੇ ਹੈਗੇ ਨੇ, ਤੁਸੀਂ ਬਿਲਕੁਲ ਨਹੀਂ ਦਿਓ, ਕਿਉਂਕਿ ਇਹਨਾਂ ਨੇ ਬਾਬਾ ਹਰਬੰਸ ਸਿੰਘ ਜੀ ਦਾ ਜਿਹੜਾ ਸੁਪਨਾ ਸੀ 550 ਬੈੱਡ ਦਾ, ਉਹ ਵੀ ਇਹਨਾਂ ਨੇ ਪੂਰਾ ਨਹੀਂ ਕੀਤਾ। ਮੈਂ ਤੇ ਬਿਲਕੁਲ ਇਹਨਾਂ ਦੀ ਨਿਖੇਧੀ ਕਰਦਾ। ਮੈਂ ਡਾਇਲਸਿਸ ਦੇ ਖਿਲਾਫ ਨਹੀਂ ਹੈਗਾ, ਲੇਕਿਨ ਡਾਇਲਸਿਸ ਵੀ ਮੈਂ ਆਪ ਨੂੰ ਦੱਸਣਾ ਚਾਹੁੰਦਾ 2-3 ਮਿੰਟ 5 ਮਿੰਟ ਕਿ ਦੇਖੋ ਤੁਸੀਂ 3.5 ਕਰੋੜ ਰੁਪਇਆ ਲਗਾਇਆ ਬਾਬਾ ਜੀ ਨੇ, ਉਹਦੇ 'ਚ ਬੈੱਡ ਵੀ ਬਾਬਾ ਜੀ ਦੇ, ਉਹਦੇ 'ਚ ਜਿਹੜਾ ਸਾਰਾ ਸਟਰਕਚਰ ਖੜਾ ਕੀਤਾ ਹੈ ਉਹਦੇ 'ਚ 7-8 ਕਰੋੜ ਰੁਪਇਆ ਲੱਗ ਗਿਆ। 100 ਕਰੋੜ 150 ਕਰੋੜ ਰੁਪਏ ਦੀ ਜ਼ਮੀਨ ਹੈ, ਉਹ ਆਪ ਨੇ ਇੱਕ ਐਨਜੀਓ ਨੂੰ ਦੇ ਦਿੱਤੀ। ਹੁਣ ਉਹਨੇ ਟਾਈ ਅਪ ਕੀਤਾ ਸੈਂਟਰ ਦੇ ਨਾਲ। ਇਹ ਜਿਹੜੀ ਸਰਕਾਰ ਹੈਗੀ ਹੈ, ਜਿਹੜੀ ਸੈਂਟਰ ਦੀ ਸਰਕਾਰ, ਉਹਨੂੰ ਸੁਪਰੀਮ ਕੋਰਟ ਨੇ ਕਿਹਾ ਤੁਸੀਂ ਡਾਇਲਸਿਸ ਵਾਸਤੇ ਕੁਝ ਬਜਟ ਦਿਓ। ਉਹਦੇ ਆਰਡਰ ਦੇ ਨਾਲ 2000 ਕਰੋੜ ਰੁਪਇਆ ਬਜਟ ਦਿੱਤਾ ਗਿਆ। ਹੁਣ ਡਾਇਲਸਿਸ ਦਾ ਐਨਜੀਓ ਨੇ ਆਯੂਸ਼ ਮੰਤਰਾਲੇ ਨਾਲ ਕੀਤਾ ਹੈ ਟਾਈ ਅਪ। ਹੁਣ ਆਯੂਸ਼ ਮੰਤਰਾਲੇ ਤੋਂ 1600 ਰੁਪਇਆ ਆਏਗਾ, 1600 ਉਹ ਰੁਪਇਆ ਆਏਗਾ। ਉਹਦੇ 'ਚ ਗੁਰਦੁਆਰਾ ਕਮੇਟੀ ਨੂੰ 550 ਰੁਪਇਆ ਮਿਲੇਗਾ ਔਰ 1050 ਰੁਪਇਆ 1500 ਰੁਪਇਆ ਉਹ ਐਨਜੀਓ ਲੈ ਜਾਏਗੀ। ਤੁਸੀਂ ਦੇਖੋ ਕਿੰਨਾ ਵੱਡਾ ਘਪਲਾ। ਮੈਂ ਇੱਥੇ ਤੁਹਾਨੂੰ ਇੱਕ ਇੱਥੇ ਰੋਕਾਂਗਾ। ਸੁਪ੍ਰੀਤ ਵੀਰ ਜੀ, ਇਹ ਤੁਹਾਡਾ ਮੇਰੇ ਖਿਆਲ ਨਾਲ ਮਾਈਕ ਆਫ ਹੈ। ਸੁਪ੍ਰੀਤ ਵੀਰ ਜੀ, ਇੱਕ ਗੱਲ ਸੋਚਣ ਵਾਲੀ ਹੈ ਕਿ 1150 ਰੁਪਇਆ ਤੇ ਸਿੱਧਾ ਉਸ ਐਨਜੀਓ ਨੂੰ ਜਾਂ ਜੋ ਉੱਥੇ ਕੰਮ ਕਰ ਰਹੀ ਹੈ ਸੰਸਥਾ ਉਹਦੇ ਕੋਲ ਜਾਏਗਾ, ਸਾਡੇ ਕੋਲ ਆਏਗਾ, ਯਾਨੀ ਕਿ ਗੁਰਦੁਆਰਿਆਂ ਦੇ ਕੋਲ ਆਏਗਾ, ਸੰਗਤ ਦੇ ਕੋਲ ਆਏਗਾ 500, ਜਿਹੜਾ ਕਿ ਉਹ ਕਹਿ ਰਹੇ ਨੇ ਕਿ 500 ਵੀ ਤਾਂ ਆ ਰਿਹਾ ਵੇ। ਜਿਹੜੇ ਸਾਡੇ ਕੋਲ ਕਮੈਂਟਸ ਆਏ ਨੇ, ਜੋ ਲੋਕਾਂ ਨੇ ਸਾਨੂੰ ਮੈਸੇजेस ਦਿੱਤੇ ਨੇ ਕਿ 500 550 ਵੀ ਤਾਂ ਆ ਰਿਹਾ ਵੇ, ਤੇ ਇੱਕ ਚੰਗੀ ਗੱਲ ਹੈ। ਪਰ ਵੀਰ ਜੀ, ਜਿਹੜਾ ਉੱਥੇ ਬਿਲਡਿੰਗ ਦਾ ਰੱਖ ਰਖਾਵ ਹੈ, ਉੱਥੇ ਜਿਹੜੇ ਡਾਕਟਰਸ ਹੋਣਗੇ, ਉੱਥੇ ਜਿਹੜੇ ਪੀਐਨਸ ਹੋਣਗੇ, ਉੱਥੇ ਜਿਹੜੇ ਬੈੱਡ ਹੋਣਗੇ, ਉਹਨਾਂ ਦਾ ਜਿਹੜਾ ਲੰਗਰ ਹੋਏਗਾ, ਉਹਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਇਸ ਲੰਗਰ ਵੀ ਉੱਥੇ ਦੇਵਾਂਗੇ। ਤੇ 550 ਦਾ 550 ਵੀ ਜਿਹੜਾ ਹੈਗਾ ਵੇ, ਆਈ ਥਿੰਕ ਮੋਰ ਦੈਨ 550 ਅਸੀਂ ਪਰ ਪੇਸ਼ੈਂਟ ਅਸੀਂ ਉੱਥੇ ਲਗਾ ਵੀ ਦੇਵਾਂਗੇ। ਤੇ ਇਹ ਕਿਹੋ ਜਿਹੀ ਇਹਨਾਂ ਨੇ ਕਾਣੀ ਵੰਡ ਕੀਤੀ ਹੈ ਕਿ ਜਗ੍ਹਾ ਸਿੱਖਾਂ ਦੀ, ਜਗ੍ਹਾ ਗੁਰਦੁਆਰੇ ਦੀ ਦੇ ਕਿਸੇ ਹੋਰ ਨੂੰ ਦਿੱਤੀ ਹੈ, ਇਨਕਮ ਉਹ ਲੈ ਕੇ ਜਾ ਰਹੀ ਹੈ, ਕੰਸਟਰਕਸ਼ਨ ਅਸੀਂ ਕਰ ਰਹੇ ਹਾਂ, ਦੇਖ ਦਿਖਾਵ ਅਸੀਂ ਕਰ ਰਹੇ ਹਾਂ। ਤੇ ਇਨਕਮ ਕਿਉਂਕਿ ਬੜਾ ਵੱਡਾ ਸੋਰਸ ਹੁੰਦਾ ਵੇ ਹਰ ਚੀਜ਼ ਦਾ, ਕਿਉਂਕਿ ਸਾਡੇ ਸਕੂਲ ਕਾਲਜਿਸ, ਮੈਡੀਕਲ ਕਾਲਜ ਬਣਾਉਣ ਦਾ ਸਾਡਾ ਸੁਪਨਾ ਸੀਗਾ। ਜੇਕਰ ਇਨਕਮ ਹੀ ਨਹੀਂ ਹੋਏਗੀ ਤਾਂ ਅਸੀਂ ਬਣਾਵਾਂਗੇ ਕਿੱਥੋਂ? ਤੇ ਇਹ ਕੀ ਹੈਗਾ ਸਾਰਾ? ਸਰ ਮੈਂ ਉਹੀ ਤੇ ਆਪ ਨੂੰ ਕਹਿਣਾ ਚਾਹੁੰਦਾ ਹਾਂ, ਫਿਰ ਹਾਲੇ ਤੁਸੀਂ ਬਿਜਲੀ ਦਾ ਬਿੱਲ ਨਹੀਂ ਭਰਿਆ। ਸੁਪ੍ਰੀਤ ਸਿੰਘ, ਤੁਸੀਂ ਬਿਜਲੀ ਦਾ ਬਿੱਲ ਨਹੀਂ ਦੇਖਿਆ। ਮਰਵਾਹਾ ਜੀ, ਸੁਪ੍ਰੀਤ ਵੀਰ ਜੀ ਨੂੰ ਬੋਲ ਲੈਣ ਦਿਓ, ਫਿਰ ਮੈਂ ਤੁਹਾਡੇ ਕੋਲ ਵਾਪਸ ਆਣਾ ਜੀ। ਸੁਪ੍ਰੀਤ ਜੀ। ਹਾਂਜੀ, ਥੈਂਕ ਯੂ ਵੀਰ ਜੀ। ਜਿਸ ਤਰ੍ਹਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਇਹ ਜਿਹੜਾ ਸਟੈਪ ਚੁੱਕਿਆ ਗਿਆ ਹੈ, ਇਹ ਇੱਕ ਤਰੀਕੇ ਦਾ ਪੋਲੀਟੀਕਲ ਸਟੰਟ ਹੈ ਮਨਜਿੰਦਰ ਸਿੰਘ ਸਿਰਸਾ ਦਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ 2022 ਦੇ ਪੰਜਾਬ ਦੇ ਇਲੈਕਸ਼ਨਸ ਨੂੰ ਦੇਖਦੇ ਹੋਏ। ਇਹ ਬਿਲਕੁਲ ਜਲਦਬਾਜ਼ੀ ਦੇ ਅੰਦਰ ਚੁੱਕਿਆ ਗਿਆ ਸਟੈਪ ਹੈਗਾ, ਜਿਹਦੇ ਨਾਲ ਪੂਰੀ ਕੌਮ ਨੂੰ ਬੇਵਕੂਫ ਬਣਾਇਆ ਜਾ ਰਿਹਾ, ਗੁੰਮਰਾਹ ਕੀਤਾ ਜਾ ਰਿਹਾ। ਗੱਲ ਹੁੰਦੀ ਹੈ ਸਸਟੇਨੇਬਲ ਮਾਡਲ ਦੀ। ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋ, ਕੋਈ ਵੀ ਪ੍ਰੋਜੈਕਟ ਸ਼ੁਰੂ ਕਰੋ, ਉਹ ਪ੍ਰੋਜੈਕਟ ਸਸਟੇਨੇਬਲ ਹੋਣਾ ਚਾਹੀਦਾ ਹੈ ਇਨ ਦਾ ਫਿਊਚਰ ਵਾਸਤੇ। ਉਹਦਾ ਜਿਹੜੀ ਲਾਈਫ ਸਾਈਕਲ ਹੈ ਉਹਨੂੰ ਕੌਣ ਮੇਨਟੇਨ ਕਰੇਗਾ, ਇਹਦੀ ਕਲੈਰਿਟੀ ਨਹੀਂ ਹੈ। ਤੁਸੀਂ ਬਿਲਕੁਲ ਸਹੀ ਵਾਜਬ ਸਵਾਲ ਪੁੱਛਿਆ ਕਿ ਜਿਹੜੀ ਪਾਰਟੀ, ਇਸ ਅੰਦਰ ਦੋ ਪਾਰਟੀਆਂ ਹੈਗੀਆਂ ਨੇ, ਇੱਕ ਹੈ ਦਿੱਲੀ ਗੁਰਦੁਆਰਾ ਕਮੇਟੀ, ਇੱਕ ਹੈਗੀ ਹੈ ਉਹ ਪ੍ਰਾਈਵੇਟ ਐਨਜੀਓ ਜਿਹੜੀ ਕੇਰਲਾ ਦੀ ਐਨਜੀਓ ਹੈ, ਜੋ ਕਲੇਮ ਕੀਤਾ ਜਾ ਰਿਹਾ। ਦਿੱਲੀ ਗੁਰਦੁਆਰਾ ਕਮੇਟੀ ਦੇ ਫਰੰਟ ਫੇਸ ਦੇ ਉੱਤੇ ਇਹਨਾਂ ਨੇ ਡਾਇਲਿਸਿਸ ਸੈਂਟਰ ਨੂੰ ਜ਼ਮੀਨ ਦੇਤੀ, ਠੀਕ ਹੈ ਜੀ, ਜਿਹੜੀ ਕਿ ਮੇਰੇ ਹਿਸਾਬ ਨਾਲ ਮਿਨੀਮਮ ਟੂ ਮਿਨੀਮਮ ਜਿਹੜਾ ਫਰੰਟ ਫੇਸਿੰਗ ਉਹਦੀ ਜਗ੍ਹਾ ਦਾ ਕੀਮਤ ਹੈਗੀ ਹੈ 150 ਕਰੋੜ ਦੇ ਆਸ-ਪਾਸ, ਮੈਂ ਮਿਨੀਮਮ ਗੱਲ ਕਰ ਰਿਹਾ ਜੀ। ਉਹਦੇ ਉੱਤੇ ਕਾਰ ਸੇਵਾ ਵਾਲੇ ਬਾਬਾ ਜੀ ਨੇ 3 ਕਰੋੜ ਰੁਪਏ ਹੋਰ ਖਰਚ ਕਰਤਾ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਲਈ। 153-155 ਕਰੋੜ ਦੀ ਜਿਹੜੀ ਇਨਵੈਸਟਮੈਂਟ ਹੈਗੀ ਹੈ ਦਿੱਲੀ ਗੁਰਦੁਆਰਾ ਕਮੇਟੀ ਨੇ ਸੰਗਤ ਦੇ ਪੈਸੇ ਨਾਲ ਕੀਤੀ ਹੈ, ਸੰਗਤ ਦਾ ਦਸਵੰਧ ਗਿਆ ਉਹਦੇ ਵਿੱਚ। ਇੱਕ ਪਾਰਟੀ ਨੇ 155 ਕਰੋੜ ਦੀ ਇਨਵੈਸਟਮੈਂਟ ਕੀਤੀ, ਉਹਨੂੰ ਮਿਲ ਰਿਹਾ 500 ਰੁਪਇਆ ਪਰ ਪਰਸਨ। ਦੂਜੀ ਪਾਰਟੀ ਪ੍ਰਾਈਵੇਟ ਐਨਜੀਓ ਹੈਗੀ ਹੈ ਜਿਹਨੇ ਕਿ ਸਿਰਫ ਮੁਸ਼ਕਿਲ ਨਾਲ 1.5-2 ਕਰੋੜ ਰੁਪਏ ਦੀ ਇਨਵੈਸਟਮੈਂਟ ਕੀਤੀ ਹੈ ਤੇ ਉਹ ਲੈ ਕੇ ਜਾ ਰਹੀ ਹੈ 1150 ਕਰੋੜ ਅਪਰੋਕਸੀਮੇਟਲੀ। ਇਹ ਬਹੁਤ ਵੱਡਾ ਘਪਲਾ ਹੈ। ਕਿਸੇ ਵੀ ਬੰਦੇ ਨੂੰ ਤੁਸੀਂ ਦੱਸੋਗੇ ਤੇ ਉਹ ਚੀਜ਼ ਸਮਝ ਜਾਏਗਾ, ਠੀਕ ਹੈ। ਇਹਦੇ ਇੰਟਰਨਲ ਡਾਇਨਾਮਿਕਸ ਕੀ ਹੈਗੇ ਨੇ ਉਹ ਤੇ ਜਦ ਪੇਪਰ ਸਾਹਮਣੇ ਆਣਗੇ, ਜਿਸ ਤਰ੍ਹਾਂ ਅਸੀਂ ਦਿੱਲੀ ਕਮੇਟੀ ਤੋਂ
ਮੰਗ ਰਹੇ ਹਾਂ ਕਿ ਉਹਦਾ ਸਾਨੂੰ ਪੂਰਾ ਐਗਰੀਮੈਂਟ ਦਿਖਾਇਆ ਜਾਏ, ਜਿਹੜਾ ਕਿ ਨਹੀਂ ਦਿਖਾਇਆ ਜਾ ਰਿਹਾ। ਜਦ ਪੇਪਰ ਸਾਹਮਣੇ ਆਣਗੇ ਤਾਂ ਹੀ ਪਤਾ ਚੱਲੇਗਾ। ਬਟ ਮੁੱਦੇ ਦੀ ਗੱਲ ਹੈ ਕਿ ਜਿਹੜੀ ਪਾਰਟੀ ਕੁਆਂਟਮ ਆਫ ਇਨ ਟਰਮਸ ਆਫ ਮਨੀ ਕੁਆਂਟਮ ਜ਼ਿਆਦਾ ਇਨਵੈਸਟ ਕਰ ਰਹੀ ਹੈ, ਉਹਦੇ ਕੋਲ ਰਿਟਰਨ ਵੀ ਜ਼ਿਆਦਾ ਆਉਣਾ ਚਾਹੀਦਾ ਹੈ। ਇਹ ਇੱਕ ਸਸਟੇਨੇਬਲ ਮਾਡਲ ਨਹੀਂ ਹੈ। 500 ਰੁਪਏ ਪਰ ਪੇਸ਼ੈਂਟ ਦੇ ਉੱਤੇ ਆਓਗੇ ਤੇ ਉਹਦੇ ਕੋਲ ਮੈਡੀਕਲ ਐਕਸਪੈਂਸਿਸ ਨੇ, ਸਟਾਫ ਦੀ ਸੈਲਰੀ ਦੇਣੀ ਹੈ। ਦਿੱਲੀ ਗੁਰਦੁਆਰਾ ਕਮੇਟੀ ਪਿਛਲੇ 6 ਸਾਲਾਂ ਤੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਟੀਚਰ ਦੀ ਸੈਲਰੀ ਨਹੀਂ ਦੇ ਪਾ ਰਹੀ, ਸਟਾਫ ਦੀ ਸੈਲਰੀ ਨਹੀਂ ਦੇ ਪਾ ਰਹੀ। ਹੁਣ ਤੇ ਜਿਹੜੇ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਹੈਗੀ ਹੈ, ਉਹਨਾਂ ਦਾ ਗ੍ਰੈਜੂਟੀ ਦਾ ਪੈਸਾ ਨਹੀਂ ਮਿਲ ਰਿਹਾ, ਪ੍ਰੋਵੀਡੈਂਟ ਫੰਡ ਦਾ ਪੈਸਾ ਕੱਟੀ ਜਾ ਰਹੀ ਹੈ ਦਿੱਲੀ ਗੁਰਦੁਆਰਾ ਕਮੇਟੀ। ਤੇ ਇਹ ਮਾਡਲ ਸਸਟੇਨੇਬਲ ਕਿਵੇਂ ਹੈਗਾ, ਇਹਦੀ ਫੰਡਿੰਗ ਕਿਵੇਂ ਆ ਰਹੀ ਹੈ? ਦੂਜੀ ਗੱਲ, ਇਹਨਾਂ ਨੇ ਪ੍ਰਾਈਵੇਟ ਐਨਜੀਓ ਨੂੰ ਇਹ ਕਿਉਂ ਦਿੱਤਾ? ਇਹ ਪਹਿਲੇ ਸੰਗਤ ਦੇ ਸਾਹਮਣੇ ਖੁਲਾਸਾ ਕਰਨ, ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ, ਭੋਗਲ ਸਾਹਿਬ ਵੀ ਕਹਿੰਦੇ ਰਹੇ ਨੇ, ਗੁਰਦੁਆਰਾ ਕਮੇਟੀ ਆਪ ਕਹਿੰਦੀ ਰਹੀ ਹੈ ਬਾਦਲ ਦਲ ਦੀ ਕਿ ਬਈ ਗੁਰਦੁਆਰਾ ਕਮੇਟੀ ਆਪਣੇ ਆਪ ਦੇ ਅੰਦਰ ਇੱਕ ਐਨਜੀਓ ਹੈ, ਇੱਕ ਟਰਸਟ ਹੈ। ਹੁਣ ਰੀਸੈਂਟਲੀ ਹੁਣੇ ਮਨਜਿੰਦਰ ਸਿੰਘ ਸਿਰਸਾ ਨੇ 2 ਘੰਟੇ ਪਹਿਲੇ ਇੱਕ ਵੀਡੀਓ ਪਾਈ ਹੈ ਕਿ ਸੈਂਟਰਲ ਗਵਰਨਮੈਂਟ ਤੋਂ ਉਹਨਾਂ ਨੂੰ FCR ਦੀ ਅਪਰੂਵਲ ਮਿਲ ਗਈ ਹੈ। ਇਟ ਮੀਨਸ ਉਹ ਫੋਰਨ ਫੰਡਿੰਗ ਕਲੈਕਟ ਕਰ ਸਕਦੀ ਹੈ। ਜਦ ਇੰਨਾ ਪੈਸਾ ਇਕੱਠਾ ਹੋਇਆ ਹੈ, 35 ਕਰੋੜ ਰੁਪਇਆ ਕਰੋਨਾ ਟਾਈਮ ਦੇ ਉੱਤੇ ਲੰਗਰ ਵਾਸਤੇ ਇਕੱਠਾ ਹੋਇਆ ਹੈ, ਉਹ ਪੈਸਾ ਕਿੱਥੇ ਗਿਆ? ਜਿਹੜਾ ਨਨਕਾਣਾ ਸਾਹਿਬ ਦਾ ਨਗਰ ਕੀਰਤਨ ਇਕੱਠਾ ਦੇ ਵਾਸਤੇ ਪੈਸਾ ਕਲੈਕਟ ਕੀਤਾ ਗਿਆ ਸੀ 4-5 ਕਰੋੜ ਰੁਪਇਆ ਦਾ, ਉਹ ਪਿਆ ਹੋਇਆ ਦਿੱਲੀ ਕਮੇਟੀ ਦੇ ਕੋਲ, ਜਿੱਥੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਹੁਕਮ ਵੀ ਦਿੱਤਾ ਸੀ ਦਿੱਲੀ ਕਮੇਟੀ ਨੂੰ ਕਿ ਤੁਸੀਂ ਉਸ ਪੈਸੇ ਦੀ ਡਿਟੇਲ ਦਿਓ। ਜਦ ਕਰੋੜਾਂ ਰੁਪਇਆ ਦਿੱਲੀ ਕਮੇਟੀ ਦੇ ਕੋਲ ਹੈ ਤੇ ਉਸ ਪੈਸੇ ਨੂੰ ਇਸਤੇਮਾਲ ਕਰਕੇ ਇੱਕ ਡਾਇਲਿਸਿਸ ਸੈਂਟਰ ਆਪਣੇ ਦਮ ਤੇ ਦਿੱਲੀ ਕਮੇਟੀ ਨੇ ਕਿਉਂ ਨਹੀਂ ਖੋਲਿਆ? ਇਹ ਪ੍ਰਾਈਵੇਟ ਕੰਪਨੀ ਦੇ ਨਾਲ ਕੋਲੈਬੋਰੇਸ਼ਨ ਕਿਉਂ ਕੀਤਾ ਗਿਆ ਹੈ? ਇਹਦੀ ਕੁਆਂਟਮ ਆਫ ਮੈਕਸਿਮਮ ਕੁਆਂਟਮ ਦਾ ਜਿਹੜਾ ਬੈਨੀਫਿਟ ਹੈ ਪ੍ਰਾਈਵੇਟ ਕੰਪਨੀ ਨੂੰ ਕਿਉਂ ਦਿੱਤਾ ਜਾ ਰਿਹਾ ਹੈ? ਇਹ ਸਾਰੇ ਸਵਾਲ ਨੇ ਜਿਹੜੀ ਕਿ ਦਿੱਲੀ ਦੀ ਸੰਗਤ ਨੂੰ ਮਿਲਣੇ ਚਾਹੀਦੇ ਨੇ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਕੋਲੈਬੋਰੇਸ਼ਨ ਹੋਈ ਹੈ, ਪ੍ਰਾਈਵੇਟ ਕੋਲੈਬੋਰੇਸ਼ਨ, ਉਹਦੇ ਜਿਹੜੇ ਪੇਪਰਸ ਹੈਗੇ ਨੇ, ਉਹਦੀ ਬਲੈਕ ਐਂਡ ਵਾਈਟ ਜਿਹੜੀ ਸਟੱਡੀ ਹੈ ਉਹ ਸੰਗਤ ਦੇ ਸਾਹਮਣੇ ਰੱਖੀ ਜਾਏ। ਜੀ ਮੈਂ ਮਰਵਾਹਾ ਸਾਹਿਬ ਤੁਹਾਡੇ ਤੋਂ ਵਾਪਸ ਆਵਾਂਗਾ ਕਿ ਤੁਸੀਂ ਤੁਹਾਨੂੰ ਐਕਸਪੀਰੀਅੰਸ ਹੈ ਸੇਵਾ ਦਾ ਵੀ, ਤੁਹਾਨੂੰ ਐਕਸਪੀਰੀਅੰਸ ਹੈ ਰਾਜਨੀਤੀ ਦਾ ਵੀ। ਤੁਸੀਂ ਪਾਰਲੀਮੈਂਟ ਸੈਕਟਰੀ ਵੀ ਹੋ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੀ ਮੈਂਬਰ ਹੋ, ਔਰ ਤੁਸੀਂ ਐਕਸ MLA ਵੀ ਹੋ, ਔਰ ਨਾਲ ਦੇ ਨਾਲ ਤੁਸੀਂ ਜਿਹੜੇ ਇਸ ਮਾਮਲੇ ਨੂੰ ਵੀ ਦੇਖ ਰਹੇ ਹੋ, ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਹੋ। ਜਿਸ ਤਰ੍ਹਾਂ ਮੈਂ ਕੁਝ ਛੋਟੇ ਸਵਾਲ ਤੁਹਾਡੇ ਕੋਲ ਪੁੱਛਾਂਗਾ ਕਿ ਇਸ ਜ਼ਮੀਨ ਦੀ ਵੈਲਿਊ, ਜਿਸ ਤਰ੍ਹਾਂ ਵੀਰ ਨੇ ਆਖਿਆ ਕਿ 150 ਕਰੋੜ ਦੇ ਕਰੀਬ ਹੈ, ਕਿੰਨੀ ਕੁ ਵੈਲਿਊ ਹੈ? 150 ਕਰੋੜ ਹੈ, 200 ਹੈ, ਜਾਂ ਕਿੰਨੀ ਹੈ? ਨਹੀਂ, ਦੇਖੋ ਇਹਦੀ ਵੈਲਿਊ 11 ਏਕੜ ਜ਼ਮੀਨ ਹੈਗੀ ਹੈ। ਅੱਜ 5 ਲੱਖ ਰੁਪਏ ਏਕੜ ਉੱਤੇ ਜ਼ਮੀਨ ਹੈ, 5 ਲੱਖ ਰੁਪਏ ਗੱਜ ਜ਼ਮੀਨ ਹੈਗੀ ਹੈ ਜੀ ਜੀ। ਇਹਦੀ ਵੈਲਿਊ ਮੇਰੇ ਹਿਸਾਬ ਨਾਲ। ਔਰ ਇਹਨਾਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਫਰੰਟ ਦੀ ਵੈਲਿਊ ਹੈ ਨਾ ਜੀ, ਉਹ ਤੇ 150 ਕਰੋੜ ਨਹੀਂ, ਉਹ 400-500 ਕਰੋੜ ਤੋਂ ਘੱਟ ਨਹੀਂ ਹੈਗੀ, ਕਿਉਂਕਿ ਉਹ ਫਰੰਟ ਹੈਗਾ ਜੀ। ਦੂਜਾ ਸਵਾਲ ਕਿ ਇੱਕ NGO ਨੂੰ ਅਗਰ ਭਾਰਤ ਸਰਕਾਰ ਇਹ ਠੇਕਾ ਦੇ ਸਕਦੀ ਹੈ ਤਾਂ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਕਿ ਸੇਵਾ ਕਰ ਰਹੀ ਹੈ, ਪਾਰਟੀ ਭਾਵੇਂ ਕੋਈ ਵੀ ਹੋਵੇ, ਅਸੀਂ ਕਿਸੇ ਪਾਰਟੀ ਦਾ ਨਾਮ ਨਹੀਂ ਲੈ ਰਹੇ, ਅਸੀਂ ਇੱਕ ਸੰਸਥਾ ਦਾ ਨਾਮ ਲੈ ਰਹੇ ਹਾਂ। ਜਦੋਂ ਵੀ ਦੇਸ਼ ਦੇ ਵਿੱਚ ਕੋਈ ਤਰਾਸਦੀ ਹੁੰਦੀ ਹੈ, ਸਿੱਖ ਸਭ ਤੋਂ ਅੱਗੇ ਆਉਂਦੇ ਨੇ। ਜਦੋਂ ਵੀ ਮਹਾਮਾਰੀ ਹੁੰਦੀ ਹੈ, ਸਿੱਖ ਸਭ ਤੋਂ ਅੱਗੇ ਆਉਂਦੇ ਨੇ। ਕਰੋਨਾ ਦੇ ਵਿੱਚ ਸਿੱਖਾਂ ਦਾ ਰੋਲ ਭੁਲਾਇਆ ਨਹੀਂ ਜਾ ਸਕਦਾ, ਵੇਖਣਯੋਗ ਹੈ। ਤੇ ਜਦੋਂ ਅਗਰ ਸਾਡੀ ਇੰਨੀ ਪਹੁੰਚ ਹੈ, ਅਗਰ ਇੰਨੀ ਸਾਡੀ ਅਪਰੋਚ ਹੈ, ਤਾਂ ਇਹ ਬੈਕਡੋਰ ਤੇ ਇੱਕ NGO ਨੂੰ ਕਿਉਂ ਦਿੱਤਾ ਗਿਆ? ਡਾਇਰੈਕਟ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇਹ ਠੇਕਾ ਕਿਉਂ ਨਹੀਂ ਮਿਲਿਆ? ਮੈਂ ਤੇ 1 ਮਾਰਚ ਤੋਂ ਇਹਨਾਂ ਨੇ ਕੁਐਸਚਨ ਮੈਂ ਡਾਲ ਦਿੱਤੇ ਸੀ। 1 ਮਾਰਚ ਮੈਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ, ਮੈਨੂੰ ਕਿਹਾ ਹੋਰ ਕੋਈ ਇਤਰਾਜ਼ ਨਹੀਂ ਹੈ ਡੈਲਟਾ ਦਾ, ਸਿਰਫ ਮੈਨੂੰ ਇਹ ਦੱਸ ਦਿਓ ਤੁਸੀਂ ਕਿ ਆਪ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 125 ਕਰੋੜ ਰੁਪਏ ਦਾ ਸਾਲ ਦਾ ਬਚਤ ਹੈਗੀ, ਮਤਲਬ ਕਿ 125 ਕਰੋੜ ਦਾ ਬਜਟ ਹੈਗਾ ਕਿ ਅਸੀਂ 1.5-2 ਜਿੱਤੇ ਬਾਬਾ ਜੀ ਹਰਬੰਸ ਸਿੰਘ ਜੀ ਦੇ ਬਚਨ ਸਿੰਘ ਜੀ ਨੇ ਜਿੱਥੇ 3 ਕਰੋੜ ਰੁਪਏ ਲਗਾ ਦਿੱਤਾ, ਬੈੱਡ ਵੀ ਉਹਨਾਂ ਨੇ ਦਿੱਤੇ 70 ਲੱਖ ਤੇ, ਉਹ 1.5-2 ਕਰੋੜ ਰੁਪਇਆ ਹੋਰ ਨਹੀਂ ਦੇ ਸਕਦਾ ਸੀ ਅਗਰ ਇਹ ਕਹਿੰਦੇ ਤੇ ਜੀ। ਕਿਉਂ ਦੂਸਰੀ ਹੁਣ ਤੁਸੀਂ 550 ਬੈੱਡ ਦਾ ਜਦੋਂ ਹਸਪੀਟਲ ਬਣਾਓਗੇ ਤੇ ਤੁਹਾਡੀ ਫਰੰਟ ਦੀ ਜਗ੍ਹਾ ਤੇ ਚੱਲੇਗੀ। ਹੁਣ ਉਹ ਬਾਬਾ ਹਰਬੰਸ ਸਿੰਘ ਜੀ, ਹੁਣ ਤੁਸੀਂ ਬੈਕ ਸਾਈਡ ਉਹਨੂੰ ਐਮਰਜੈਂਸੀ ਲੈ ਕੇ ਜਾਓਗੇ ਤੇ ਕਿੰਨਾ ਵੱਡਾ ਨੁਕਸਾਨ ਹੋ ਗਿਆ। ਇਹ ਸਭ ਤੋਂ ਵੱਡੀ ਗੱਲ ਹੈ, ਜਦ ਇੱਕ ਸੰਸਥਾ ਦਾ 125 ਕਰੋੜ ਰੁਪਇਆ ਬਜਟ ਹੈਗਾ ਸਾਲ ਦਾ, ਕਿ ਉਹ ਇਤਨੀ ਹੈ ਕਿ 1.5 ਜਾਂ 2 ਕਰੋੜ रुपया नहीं लगा सकती। और फिर स्टाफ की आपको कोई कमी नहीं जी हाँ, आपको कोई स्टाफ की कमी नहीं, काम करने वाले आप 2-2 लाख रुपया मैनेजर तनख्वाह लै रहे हैं, आप किसी की भी ड्यूटी लगा के ते सरकार दे नाल टाई अप कर सकते थे ना यूथ मंत्रालय, कोई सरकार मना थोड़ी करती। इस करके ਇਹਦੇ ਚ ਬੜਾ ਵੱਡਾ ਗਫਲਾ ਹੈਗਾ। ਹੁਣ ਇਹ ਗਫਲਾ ਉਜਾਗਰ ਹੋਏਗਾ, ਫਿਰ ਤੁਸੀਂ ਕੋਈ ਜਨਰਲ ਹਾਊਸ ਨਹੀਂ ਬੁਲਾਇਆ, ਤੁਸੀਂ ਇਤਨੀ ਵੱਡੀ ਜ਼ਮੀਨ ਕਿਸੇ ਨੂੰ ਦੇ ਦਿੱਤੀ, ਤੁਸੀਂ ਕੋਈ ਜਨਰਲ ਹਾਊਸ ਕੋਲੋਂ ਪਾਸ ਨਹੀਂ ਕਰਾਇਆ।
ਤੁਸੀਂ ਕੋਈ ਐਗਜ਼ੀਕਿਊਟਿਵ ਬਾਡੀ ਕੋਲ ਨਹੀਂ ਪਾਸ ਕਰਾਇਆ। ਕੋਈ ਹੁਣ ਮਿੰਟਸ ਮੰਗ ਰਹੇ, ਇਹਨਾਂ ਦੇ ਹੀ ਮੈਂਬਰ ਐਗਜ਼ੀਕਿਊਟਿਵ ਮੈਂਬਰ 6 ਨੇ ਰਿਟਰਨ ਵਿੱਚ ਲਿਖ ਕੇ ਦਿੱਤਾ ਕਿ ਤੁਸੀਂ ਅਸੀਂ ਮਿੰਟ ਦਿਖਾਓ ਐਗਜ਼ੀਕਿਊਟਿਵ, ਅਗਰ ਇਹ ਪਾਸ ਹੋਇਆ ਤੇ। ਹੁਣ ਉਹ ਅਦਾਲਤ ਹੀ ਜਾ ਰਹੇ ਨੇ। ਜਤਿੰਦਰ ਸਾਨੀ ਹੈਗਾ, ਉਹਦੇ ਚ ਬੱਟ ਹੈਗਾ, ਉਹਦੇ ਚ 6 ਹੈਗੇ ਨੇ, ਉਹ HS ਹੈਗਾ ਰਜੌਰੀ ਗਾਰਡਨ ਤੋਂ ਮੈਂਬਰ ਐਗਜ਼ੀਕਿਊਟਿਵ। ਉਹ ਹੁਣ ਇਹ ਸਾਰੇ ਕੋਰਟ ਹੀ ਜਾ ਰਹੇ ਕਿ ਤੁਸੀਂ ਦਿਓ ਸਾਨੂੰ ਮਿੰਟਸ ਹੈ, ਤੁਸੀਂ ਝੂਠ ਬੋਲ ਰਹੇ ਹੋ। ਮਤਲਬ ਤੁਹਾਨੂੰ ਅਗਰ ਕੋਈ ਕੀਤਾ ਹੈ ਤੇ ਤੁਸੀਂ ਸੰਗਤਾਂ ਦੇ ਅੱਗੇ ਰੱਖ ਕਿਉਂ ਨਹੀਂ ਰਹੇ ਐਗਰੀਮੈਂਟ ਨੂੰ, ਕਿਉਂ ਨਹੀਂ ਰੱਖ? ਤੁਸੀਂ ਝੂਠ ਬੋਲੀ ਜਾ ਰਹੇ ਹੋ, ਤੁਸੀਂ ਦਿੱਤਾ ਹੀ ਨਹੀਂ ਜੀ, ਤੁਸੀਂ ਝੂਠ ਬੋਲੀ ਜਾ ਰਹੇ ਹੋ। ਹਾਂਜੀ ਸੁਪ੍ਰੀਤ ਸਿੰਘ ਜੀ, ਇੱਕ ਇਹ ਵੀ ਦੇਖਣਾ ਹੈ ਕਿ ਹਾਲੇ ਤੱਕ ਇਹਨੂੰ ਡਿਫੈਂਡ ਕਰ ਰਹੇ ਨੇ, ਪਰ ਜਿਹੜੇ ਕਾਗਜ਼ ਜਿਹੜੇ ਸੰਗਤ ਦੇ ਅੱਗੇ ਰੱਖਣੇ ਚਾਹੀਦੇ ਸਨ ਉਹ ਨਹੀਂ ਰੱਖ ਰਹੇ। ਜਿਹੜੇ ਮਿੰਟਸ ਜਿਵੇਂ ਮਰਵਾਹਾ ਜੀ ਨੇ ਆਖਿਆ ਉਹ ਨਹੀਂ ਸਾਡੇ ਸਾਹਮਣੇ ਰੱਖੇ ਜਾ ਰਹੇ। ਸਾਰਾ ਕੁਝ ਜਿੰਨਾ ਕੁਝ ਵੀ ਬਲੈਕ ਐਂਡ ਵਾਈਟ ਹੋਣਾ ਚਾਹੀਦਾ ਵੇ ਉਹ ਸਾਰਾ ਕੁਝ ਬਲੈਕ ਐਂਡ ਵਾਈਟ ਹੋਣ ਦੀ ਬਜਾਏ ਬਿਲਕੁਲ ਹੀ ਬਲੈਕ ਕਰਤਾ ਗਿਆ ਵੇ। ਤੁਸੀਂ ਲੋਕਲ ਤੁਸੀਂ ਐਕਟਿਵਿਸਟ ਹੋ, ਤੁਸੀਂ ਅਪਰੋਚ ਵੀ ਕਰਦੇ ਹੋ ਕਿ ਤੁਸੀਂ ਜਦੋਂ ਉਹਨਾਂ ਨੂੰ ਅਪਰੋਚ ਕੀਤਾ ਉਹਨਾਂ ਨੇ ਇਸ ਦਾ ਕੁਝ ਪੁਖਤਾ ਜਵਾਬ ਦਿੱਤਾ ਕਿ ਇਹ ਕੰਮ ਜਿਹੜਾ ਰਿਹਾ ਵੇ ਬਿਲਕੁਲ ਠੀਕ ਹੋ ਰਿਹਾ ਵੇ ਜਾਂ ਜਿਹੜੇ ਕਾਗਜ਼ ਹੈਗੇ ਨੇ ਉਹ ਪੇਸ਼ ਕੀਤੇ ਜਾਣਗੇ? ਸਰ ਦੇਖੋ, ਮੈਂ ਪਹਿਲੇ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਮੈਂ ਇਹਦੇ ਲਈ ਮਨਜਿੰਦਰ ਸਿੰਘ ਸਿਰਸਾ ਨੂੰ ਫੋਨ ਕੀਤਾ ਸੀ ਤਾਂ ਕਿ ਉਹਨਾਂ ਦੇ ਨਾਲ ਮੈਂ ਇੰਟਰਵਿਊ ਫਿਕਸ ਕਰਕੇ ਇਸ ਗੱਲ ਦਾ ਪਤਾ ਕਰ ਸਕਾਂ। ਉਹਨਾਂ ਨੇ ਮੇਰੇ ਕਾਲ ਦਾ ਜਵਾਬ ਨਹੀਂ ਦਿੱਤਾ। ਮੈਂ ਪੋਗਲ ਸਾਹਿਬ ਨਾਲ ਗੱਲ ਕੀਤੀ ਸੀ, ਉਹਨਾਂ ਨੇ ਦੱਸਿਆ ਜੀ ਕਿ ਪੋਗਲ ਸਾਹਿਬ ਨੇ ਮਨਾ ਹੀ ਕਰਤਾ ਕਿ ਸਾਡਾ ਕਿਸੇ ਪ੍ਰਾਈਵੇਟ ਕੰਪਨੀ ਨਾਲ ਟਾਈ ਅਪ ਨਹੀਂ ਹੋਇਆ। ਪੋਗਲ ਸਾਹਿਬ ਦਾ ਇਹ ਕਹਿਣਾ ਹੈ ਕਿ ਇਹ ਸਾਰਾ ਦਾ ਸਾਰਾ ਪੈਸਾ ਸੰਗਤ ਦਸਵੰਧ ਦੇ ਰਹੀ ਹੈ, ਸੰਗਤ ਕੰਟਰੀਬਿਊਟ ਕਰ ਰਹੀ ਹੈ, ਸੰਗਤ ਦੇ ਪੈਸੇ ਨਾਲ ਚੱਲ ਰਿਹਾ। ਕਿੰਨਾ ਵੱਡਾ ਝੂਠ! ਇੱਕੋ ਪਾਰਟੀ ਦੇ ਬੰਦੇ, ਇੱਕ ਸੀਨੀਅਰ ਪਾਰਟੀ ਦਾ ਬੰਦਾ ਕੁਝ ਹੋਰ ਕਹਿ ਰਿਹਾ ਹੈ, ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਕੁਝ ਹੋਰ ਕਹਿ ਰਿਹਾ ਹੈ। ਜਿਸ ਤਰ੍ਹਾਂ ਮਾਰਵਾ ਸਾਹਿਬ ਨੇ ਗੱਲ ਕੀਤੀ ਕਿ ਫਰੰਟ ਫੇਸ ਦੇਤਾ ਹੈਗਾ, ਮੈਨੂੰ ਤੇ ਇਸ ਚੀਜ਼ ਦੇ ਉੱਤੇ ਹੁਣ ਸ਼ੱਕ ਆ ਰਿਹਾ ਹੈ ਕਿਉਂਕਿ ਮੈਡੀਕਲ ਕਾਉਂਸਲ ਆਫ ਇੰਡੀਆ ਦੀ ਗਾਈਡਲਾਈਨਸ ਹੈਗੀ ਹੈ ਕਿ ਮੈਡੀਕਲ ਕਾਲਜ ਦੇ ਲਈ ਇੱਕ ਹਸਪੀਟਲ ਹੋਣਾ ਜ਼ਰੂਰੀ ਹੈ। ਹਮੇਸ਼ਾ ਹਸਪੀਟਲ ਦੇ ਫਰੰਟ ਦੇ ਉੱਤੇ ਜਾਂ ਤੇ ਟਰਾਮਾ ਸੈਂਟਰ ਬਣਦਾ ਜਾਂ ਐਮਰਜੈਂਸੀ ਸੈਂਟਰ ਬਣਦਾ ਹੈਗਾ, ਐਮਰਜੈਂਸੀ ਵਾਰਡ ਬਣਦਾ ਹੈ। ਜੇ ਤੁਸੀਂ ਐਮਰਜੈਂਸੀ ਵਾਰਡ ਦੀ ਜਗ੍ਹਾ ਹੀ ਡਾਇਲਿਸਿਸ ਸੈਂਟਰ ਨੂੰ ਦੇਤੀ ਤੇ ਤੁਹਾਡਾ ਹਸਪੀਟਲ ਕਿਵੇਂ ਅਪਰੂਵ ਹੋਏਗਾ? ਬਿਲਕੁਲ, ਇਹ ਤੇ ਬੜਾ ਟੈਕਨੀਕਲ ਕਲੌਜ਼ ਹੈਗਾ ਜਿਹੜਾ ਕਿ ਇਹਨਾਂ ਨੇ ਖਤਮ ਕਰਤਾ ਹੈਗਾ। ਪਹਿਲੀ ਗੱਲ ਮੈਂ ਦੋਹਾਂ ਕੋਲ ਇੱਕ ਸਵਾਲ ਪੁੱਛਾਂ ਕਿ ਇਹਨਾਂ ਦੇ ਜਿਹੜੇ ਇਲੈਕਸ਼ਨ ਮੈਨੀਫੈਸਟੋ ਹੈ ਉਹਦੇ ਵਿੱਚ 2013 ਦਾ ਇਲੈਕਸ਼ਨ ਮੈਨੀਫੈਸਟੋ ਤੇ ਬਿਲਕੁਲ ਸਾਹਮਣੇ ਹੈ, ਉਹਦੇ ਵਿੱਚ ਕਲੀਅਰਲੀ ਲਿਖਿਆ ਹੈ ਬਾਦਲ ਦਲ ਵੱਲੋਂ ਕਿ ਅਸੀਂ ਇੱਥੇ ਮੈਡੀਕਲ ਕਾਲਜ ਬਣਾਵਾਂਗੇ ਤੇ 550 ਬੈਡਸ ਦਾ ਸਰ, 550 ਬੈਡਸ ਦਾ ਮੈਡੀਕਲ ਕਾਲਜ। ਤੇ ਮਰਵਾਹਾ ਸਾਹਿਬ ਤੇ ਇਹ ਜਿਹੜਾ ਇਲੈਕਸ਼ਨ ਮੈਨੀਫੈਸਟੋ ਜਿਹੜਾ ਨੇ ਆਪ ਦਿੱਤਾ ਸੀਗਾ ਉਹਨੂੰ ਆਪ ਹੀ ਖਤਮ ਕਰਤਾ। ਨਹੀਂ ਜੀ, ਇੱਕ ਨਹੀਂ ਹੈ, ਦੋ ਹੈ, ਇੱਕ 2013 ਦਾ, ਇੱਕ 2017 ਦਾ ਜੀ। ਦੋ ਮੈਨੀਫੈਸਟੋ ਵਿੱਚ ਇਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਤੇ 550 ਬੈੱਡ ਦਾ ਹਸਪੀਟਲ ਬਣਾਵਾਂਗੇ ਔਰ ਮੈਡੀਕਲ ਕਾਲਜ ਜੀ। ਦੋ ਮੈਨੀਫੈਸਟੋ ਹੋਈਆਂ, ਦੋਨੋਂ ਮੈਨੀਫੈਸਟੋ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਨਾ ਉਹ ਕੋਈ ਵੀ ਇਹਨਾਂ ਨੇ ਇੱਕ ਵੀ ਨਹੀਂ ਪੂਰੀ ਕੀਤੀ। ਨਾ ਕੋਈ ਨया ਸਕੂਲ ਇਹਨਾਂ ਨੇ ਖੋਲਿਆ, ਨਾ ਕੋਈ ਨया ਕਾਲਜ ਖੋਲਿਆ, ਨਾ ਇਹਨਾਂ ਨੇ ਕੋਈ ਨया ਕੋਈ ਇਮਾਰਤ ਬਣਾਈ, ਨਾ ਕੋਈ ਨया ਗੁਰਦੁਆਰਾ ਖੋਲਿਆ, ਨਾ ਜਿਹੜੀ ਗਰੀਬ ਕਲੋਨੀਆਂ ਹੈਗੀਆਂ ਉੱਥੇ ਪੰਜਾਬੀਆਂ ਨੂੰ ਅਹਿਮੀਅਤ ਦੇਣ ਵਾਸਤੇ ਕੋਈ ਇਹਨਾਂ ਨੇ ਕੋਈ ਉਪਰਾਲਾ ਨਹੀਂ ਕੀਤਾ। ਅੱਜ ਜਿਹੜੇ ਗਰੀਬ ਕਲੋਨੀਆਂ ਦੇ ਹੈਗੇ ਉਹ ਪਤਤ ਹੋ ਰਹੇ, ਇਹਨਾਂ ਨੇ ਕਿਸੇ ਤਰਫ ਧਿਆਨ ਨਹੀਂ ਦਿੱਤਾ ਹੈਗਾ। ਅੱਜ ਵੀ ਨਹੀਂ ਧਿਆਨ ਦੇ ਰਹੇ। ਇਹ ਤੇ ਚੁਣਾਵ ਸਟੰਟ ਕਰਕੇ ਇਹਨਾਂ ਨੇ 3 ਮਹੀਨੇ ਇਹਨਾਂ ਨੂੰ ਕੋਈ ਭੂਤ ਆ ਗਿਆ ਜਾਂ ਇਹਨਾਂ ਨੂੰ ਕੋਈ ਸੁਪਨਾ ਆਇਆ ਰਾਤ ਨੂੰ ਕਿ ਡਾਇਲਸਿਸ ਦਾ ਹਸਪੀਟਲ ਖੋਲ, ਅਰੇ ਖੋਲੋ, ਤੁਸੀਂ ਮਨਾ ਹੀ ਨਹੀਂ ਕਰ ਰਹੇ, ਲੇਕਿਨ ਪੁਰਾਣੇ ਹਸਪੀਟਲ ਹੀ ਔਰ ਉੱਥੇ ਆਪ ਹੈਰਾਨ ਹੋ ਗਏ 10 ਮਸ਼ੀਨਾਂ ਗੁਰੂ ਹਰਕ੍ਰਿਸ਼ਨ ਜਿਹੜਾ ਪੁਰਾਣਾ ਹਸਪੀਟਲ ਹੈਗਾ ਉੱਥੇ ਲੱਗੀਆਂ ਹੋਈਆਂ, ਉਹ ਰੋਜ਼ 30, 40, 50 ਹਜ਼ਾਰ ਦਾ ਕੰਮ ਕਰਦੀਆਂ ਸੀ। ਉਹ ਵੀ ਨੁਕਸਾਨ ਹੋ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, 15 ਲੱਖ ਦਾ ਉਹ ਵੀ ਨੁਕਸਾਨ ਹੋ ਗਿਆ। ਔਰ ਆਪ ਨੂੰ ਦੱਸ ਰਿਹਾ ਮੈਂ ਇੱਕ ਗੱਲ, ਆਪ ਹੈਰਾਨ ਹੋ ਗਏ। ਕਿਸ ਚੀਜ਼ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਰ ਜੀ? ਹਾਂਜੀ, ਕਿਸ ਚੀਜ਼ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਰ? ਇਹ ਡਾਇਲਸਿਸ ਦੀਆਂ ਮਸ਼ੀਨਾਂ ਲੱਗੀਆਂ, ਤੁਸੀਂ 40 ਹੋਰ ਲਗਾ ਕੇ ਉੱਤੇ। ਇੱਕ ਬੜਾ ਹਾਸੋਹੀਣ ਜੀ ਗੱਲ ਹੈ ਕਿ ਆਲਰੇਡੀ ਅਸੀਂ ਉੱਤੇ ਡਾਇਲਿਸਿਸ ਸੈਂਟਰ ਚਲਾ ਰਹੇ ਸੀਗੇ, ਉਹਨੂੰ ਬੰਦ ਕਰਕੇ ਉਹਦਾ ਨੁਕਸਾਨ ਚੁੱਕੇ ਇਹ ਡਾਇਲਿਸਿਸ ਸੈਂਟਰ ਕਿਸੇ ਹੋਰ ਨੂੰ ਦਿੱਤਾ ਗਿਆ ਤੇ ਸਾਰੇ ਦਾ ਸਾਰਾ ਪੈਸਾ ਉੱਤੇ ਟ੍ਰਾਂਸਫਰ ਕਰਤਾ ਗਿਆ। ਸਰ ਇਸ ਤੋਂ ਇਲਾਵਾ ਇੱਕ ਹੋਰ ਗੱਲ ਕਰਨਾ ਚਾਹੁੰਦਾ ਜੀ, ਇਸ ਤੋਂ ਇਲਾਵਾ ਹੋਰ ਮੈਂ ਤੁਹਾਨੂੰ ਗੱਲ ਦੱਸਣਾ, ਜਿਸ ਤਰ੍ਹਾਂ ਮਾਰਵਾ ਜੀ ਨੇ ਗੱਲ ਕੀਤੀ ਹੈ। ਮਾਰਵਾ ਜੀ, ਇੱਕ ਮਿੰਟ, ਸੁਪ੍ਰੀਤ ਸਿੰਘ ਜੀ ਬੋਲ ਰਹੇ ਨੇ। ਮਾਰਵਾ ਜੀ, MS ਗੋਲਡ ਜੀ ਨੇ 35 ਲੱਖ ਰੁਪਏ ਦੀ 3 ਸਾਲ ਪਹਿਲੇ ਕੈਂਸਰ ਦੀ ਮਸ਼ੀਨ ਦਿੱਤੀ ਸੀ, ਉਹ ਅੱਜ ਤੱਕ ਉਹਦਾ ਯੂਜ਼ ਹੀ ਨਹੀਂ ਹੋਇਆ ਹੈ। ਮੈਂ ਤੇ ਕਹਿੰਦਾ ਉਹਦਾ ਯੂਜ਼ ਹੀ ਨਹੀਂ ਕੀਤਾ ਇਹਨਾਂ ਨੇ। ਪੁਰਾਣੇ ਹਸਪੀਟਲ ਵਿੱਚ ਉਹ ਕੈਂਸਰ ਦੀ ਮਸ਼ੀਨ ਪਈ ਹੈ, ਅੱਜ ਤੱਕ ਉਹਦਾ ਯੂਜ਼ ਹੀ ਨਹੀਂ ਹੋਇਆ। ਹੈਰਾਨਗੀ ਹੋਏਗੀ ਆਪ ਨੂੰ। ਬਿਲਕੁਲ। ਔਰ ਜਿਹੜਾ ਇਹਨਾਂ ਦੀ ਐਕਸਰੇ ਦੀ ਮਸ਼ੀਨਾਂ ਹੈਗੀਆਂ ਉਹ 3-3 ਮਹੀਨੇ ਖਰਾਬ ਰਹਿੰਦੀਆਂ, 15-15, 20-20 ਹਜ਼ਾਰ ਦਾ ਖਰਚਾ ਹੁੰਦਾ ਹੈ। ਉਹ 1-1 ਲੱਖ 2-2 ਲੱਖ
ਜਿਹੜੇ ਆਉਂਦੇ ਨੇ ਐਕਸਰੇ ਲੈਣੇ ਵਾਲੇ ਉਹ ਉਹਨਾਂ ਨੂੰ ਥੰਕਾ ਦਿੰਦੇ ਨੇ, ਲੇਕਿਨ ਮਸ਼ੀਨ ਖਰਾਬ ਹੁੰਦੀ ਹੈ, ਉਹ ਜੇ ਵਿੱਚ ਹੱਥ ਪਾ ਕੇ ਆਉਂਦੇ ਨੇ ਉਸ ਦੀ ਸ਼ਾਮ ਨੂੰ ਵਾਪਸ ਚਲੇ। ਜੀ ਸੁਪ੍ਰੀਤ ਸਿੰਘ ਜੀ ਤੁਸੀਂ ਕੁਝ ਕਹਿ ਰਹੇ ਸੀਗੇ। ਸਰ ਮੈਂ ਇਹੋ ਗੱਲ ਦੱਸ ਰਹੀ ਸੀ ਜਿਹੜੀ ਮਾਰਵਾ ਜੀ ਨੇ ਦੱਸੀ ਹੈਗੀ ਹੈ ਕਿ ਬੇਸਿਕਲੀ ਉਸ ਜਿਹੜਾ ਇੱਕ ਮੇਨ ਹਸਪੀਟਲ ਹੈ ਬਾਲਾ ਸਾਹਿਬ ਹਸਪੀਟਲ ਦਾ, ਉਹਦੇ ਸਾਹਮਣੇ ਇੱਕ ਹੋਰ ਛੋਟੀ ਜੀ ਪੋਲੀ ਕਲੀਨਿਕ ਚੱਲਦੀ ਹੈ ਜਿੱਥੇ 30-40 ਬੈਡਸ ਦਾ ਪ੍ਰੋਵੀਜ਼ਨ ਕੀਤਾ ਹੋਇਆ ਹੈ। ਰਾਈਟ। ਉਸ ਪੋਲੀ ਕਲੀਨਿਕ ਦੇ ਅੰਦਰ ਆਲਰੇਡੀ ਜਿਵੇਂ ਕਲੇਮ ਕੀਤਾ ਜਾ ਰਿਹਾ 10-12 ਡਾਇਲਿਸਿਸ ਦੀ ਮਸ਼ੀਨਾਂ ਆਲਰੇਡੀ ਚੱਲ ਰਹੀਆਂ ਨੇ, ਆਪਰੇਟਿਵ ਹੈਗੀਆਂ ਸੀ, ਠੀਕ ਹੈ, ਜਿਹੜੀ ਕਿ ਉਹਨਾਂ ਦੀ ਮਿਸਮੈਨੇਜਮੈਂਟ ਕਰਕੇ ਉਹ ਮਸ਼ੀਨਾਂ ਵੀ ਖਰਾਬ ਪੈ ਗਈਆਂ ਨੇ। ਪਹਿਲੀ ਗੱਲ, ਉਹਨਾਂ ਦੀ ਮੇਨਟੇਨੈਂਸ ਹੀ ਨਹੀਂ ਕੀਤੀ ਗਈ। ਅਪਾਰਟ ਫਰਮ ਦੈਟ 3 ਸਾਲ ਪਹਿਲੇ ਇੱਕ ਕਿਸੇ ਗੁਰਸਿੱਖ ਪਰਿਵਾਰ ਨੇ ਉੱਥੇ ਕੈਂਸਰ ਦੀ ਡਾਇਗਨੋਸਿਸ ਦੇ ਲਈ ਇੱਕ ਮਸ਼ੀਨ ਗੁਰਦੁਆਰਾ ਕਮੇਟੀ ਨੂੰ ਦਾਨ ਵਿੱਚ ਦਿੱਤੀ ਸੀ ਤਾਂ ਕਿ ਉੱਥੇ ਕੈਂਸਰ ਦੀ ਓਪੀਡੀ ਬਣਾਈ ਜਾਏ ਤੇ ਉੱਥੇ ਜਿਹੜੇ ਕੈਂਸਰ ਦੇ ਟ੍ਰੀਟਮੈਂਟ ਹੈਗੇ ਨੇ ਘੱਟ ਤੋਂ ਘੱਟ ਰੇਟ ਦੇ ਅੰਦਰ ਹੋਣ। ਗੁਰਦੁਆਰਾ ਕਮੇਟੀ ਦੀ ਅਣਦੇਖੀ ਕਰਕੇ, ਮਿਸਮੈਨੇਜਮੈਂਟ ਕਰਕੇ ਉਸ ਕੈਂਸਰ ਦੀ ਮਸ਼ੀਨ ਨੂੰ ਵੀ ਸਹੀ ਤਰੀਕੇ ਨਾਲ ਆਪਰੇਟ ਨਹੀਂ ਕੀਤਾ ਗਿਆ, ਜਿਸ ਕਰਕੇ ਅੱਜ ਉਹ ਕੈਂਸਰ ਦੀ ਜਿਹੜੀ ਮਸ਼ੀਨ ਹੈ ਉਹ ਬੇਸਿਕਲੀ ਖੰਡਰ ਹੋ ਚੁੱਕੀ ਹੈ। ਮੁੱਦਾ ਇਸ ਕਰਕੇ ਹੈ ਕਿ ਸਾਡੇ ਕੋਲ ਰਿਸੋਰਸਿਸ ਸਾਰੇ ਨੇ, ਸਾਡੇ ਕੋਲ ਦੇਣ ਵਾਲੇ ਪੈਸੇ ਦੇਣ ਵਾਲੀ ਸੰਗਤ ਵੀ ਹੈ, ਕਾਫੀ ਹੈਗੀ ਹੈ, ਪਰ ਉਸ ਚੀਜ਼ ਨੂੰ ਮੈਨੇਜ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ। ਉਸ ਚੀਜ਼ ਦਾ ਕੀ ਫਾਇਦਾ ਹੋਇਆ ਕਿ ਅਸੀਂ ਜਲਦਬਾਜ਼ੀ ਦੇ ਅੰਦਰ ਸੰਗਤ ਤੋਂ ਦਸਵੰਧ ਵੀ ਇਕੱਠਾ ਕਰ ਲਿਆ, ਉਹਨਾਂ ਤੋਂ ਰਿਸੋਰਸਿਸ ਵੀ ਲੈ ਲਏ, ਮਸ਼ੀਨਾਂ ਵੀ ਲੈ ਲਈਆਂ, ਪਰ ਉਹਨਾਂ ਦਾ ਕੁਝ ਯੂਜ਼ ਹੀ ਨਹੀਂ ਕੀਤਾ ਜਾ ਰਿਹਾ। ਤੇ ਜਦ ਜਿਹੜਾ ਐਕਚੁਅਲ ਔਨ ਗਰਾਊਂਡ ਕੰਮ ਕਰਨ ਦੀ ਗੱਲ ਆ ਰਹੀ ਹੈ, ਉਹ ਕੀ ਕੀਤਾ ਹੈ, ਸਰਕਾਰ ਦਾ ਸੈਂਟਰਲ ਗਵਰਨਮੈਂਟ ਤੋਂ ਪੈਸਾ ਲਿਆ ਜਾ ਰਿਹਾ ਹੈ, ਇੱਕ ਪ੍ਰਾਈਵੇਟ ਐਨਜੀਓ ਨਾਲ ਕੋਲੈਬੋਰੇਸ਼ਨ ਕਰਕੇ ਸਾਰਾ ਦਾ ਸਾਰਾ ਪੈਸਾ ਪ੍ਰਾਈਵੇਟ ਐਨਜੀਓ ਲੈ ਕੇ ਜਾ ਰਹੀ ਹੈ। ਤੇ ਕਿਸੇ ਨਾ ਕਿਸੇ ਜਗ੍ਹਾ ਮੈਨੂੰ ਇਸ ਤਰ੍ਹਾਂ ਸ਼ੱਕ ਪੈ ਰਿਹਾ ਹੁਣ ਕਿ ਜਿਸ ਤਰੀਕੇ ਦੇ ਨਾਲ ਲੰਗਰ ਦੇ ਟਾਈਮ ਦੇ ਉੱਤੇ ਇਹਨਾਂ ਨੇ ਕੋਈ ਕਮਿਸ਼ਨ ਲਈ ਸੀ, ਲੰਗਰ ਵੇਚਿਆ ਸੀ, ਕਿਸੇ ਇਹ ਤੇ ਨਹੀਂ ਹੈਗਾ ਕਿ ਡਾਇਲਿਸਿਸ ਦਾ ਜਿਹੜਾ ਇਲਾਜ ਹੈਗਾ ਉਸ ਦਾ ਵੀ ਕੋਈ ਨਾ ਕੋਈ ਸੌਦੇਬਾਜ਼ੀ ਦਿੱਲੀ ਗੁਰਦੁਆਰਾ ਕਮੇਟੀ ਕਰ ਰਹੀ ਹੈ। ਮਤਲਬ ਬੜੀ ਹਾਸੋਹੀਨ ਗੱਲ ਹੈ ਕਿ ਜਗ੍ਹਾ, ਮੈਂ ਦੁਬਾਰਾ ਕਹਿ ਰਿਹਾ ਕਿ ਜਗ੍ਹਾ ਵੀ ਸਾਡੀ, ਕੰਸਟਰਕਸ਼ਨ ਵੀ ਸਾਡੀ, ਉੱਤੋਂ ਕੰਮ ਕਰਨ ਵਾਲੇ ਜਿਹੜੇ ਬੰਦੇ ਨੇ ਉਹ ਵੀ ਸਾਡੇ, ਪਰ ਆਪਾਂ ਜਗ੍ਹਾ ਚੱਕ ਕੇ ਕਿਸੇ ਹੋਰ ਨੂੰ ਉਹਦੇ ਨਾਮ ਕਰਤੀ ਕਿ ਪੈਸੇ ਤੂੰ ਲੈ ਜਾ ਤੇ ਕੰਮ ਅਸੀਂ ਕਰਾਂਗੇ। ਮਤਲਬ ਇਹ ਕਿਸ ਤਰ੍ਹਾਂ ਦੀ ਮਿਸਮੈਨੇਜਮੈਂਟ ਹੈ। ਔਰ ਦੂਜੀ ਗੱਲ, ਮਰਵਾਹਾ ਸਾਹਿਬ, ਕੀ ਇਹ ਜਿਹੜਾ ਇਹਨਾਂ ਨੇ ਕੰਟਰੈਕਟ ਕੀਤਾ ਹੀ ਹੋਏਗਾ ਐਨਜੀਓ ਜੋ ਵੀ ਕੰਪਨੀ ਹੈ, ਕੀ ਇਹ ਕੰਟਰੈਕਟ ਜਿਹੜਾ ਹੈਗਾ ਵੇ ਉਹ ਰਿਵੋਕ ਹੋ ਸਕਦਾ ਵੇ ਕਿ ਇਹ ਹੁਣ ਸਾਡੇ ਸਾਰੀ ਉਮਰ ਸਾਡੇ ਸਿੱਖਾਂ ਦੇ ਗੱਲ ਦੇ ਵਿੱਚ ਮਰਿਆ ਸਾਹਿਬ ਪੈ ਗਿਆ? ਨਹੀਂ, ਮੈਂ ਤੇ ਇੱਕ ਹੋਰ ਗੱਲ ਕਹਾਂਗਾ, ਅਗਰ ਤੁਸੀਂ ਇਹਨਾਂ ਨੂੰ ਸੰਗਤ ਨੇ ਦੁਬਾਰਾ ਜਿਤਾ ਦਿੱਤਾ ਨਾ, ਤੇ ਪੂਰਾ ਹਸਪੀਟਲ ਜਿਹੜਾ ਹੈਗਾ ਉਹ ਐਨਜੀਓ ਨੂੰ ਹੀ ਚਲਾ ਜਾਏਗਾ ਔਰ ਤੁਹਾਡੇ ਸਿੱਖਾਂ ਨੂੰ ਕੋਈ ਫਾਇਦਾ ਨਹੀਂ ਹੋਏਗਾ, ਕਿਉਂਕਿ ਇਹਨਾਂ ਦਾ ਟਾਈ ਅਪ ਕੀ ਹੋਇਆ, ਮੈਨੂੰ ਲੱਗਦਾ ਇਹਨਾਂ ਦਾ ਕੋਈ ਆਪਸ ਵਿੱਚ ਪਰਸੈਂਟੇਜ ਨਾ ਤੈਅ ਹੋਈ ਹੋਏ ਔਰ ਕੁਛ ਨਾ ਕੁਛ ਹੋਇਆ ਹੈ, ਕਿਉਂਕਿ ਇਹ ਦਿਖਾ ਕਿਉਂ ਨਹੀਂ ਰਹੇ। ਮੈਂ ਪਹਿਲੀ ਪ੍ਰੈਸ ਕਾਨਫਰੰਸ ਆਪ ਨੂੰ ਦੱਸਿਆ, ਪਹਿਲੀ ਵਾਰ ਕੀਤੀ ਸੀ, ਮੈਂ ਸਿਰਫ ਇਹਨਾਂ ਕੋਲ 4 ਜਾਂ 5-10 ਪੁਆਇੰਟ ਪੁੱਛੇ ਸਿਰਫ ਇਸੀ ਲਿੰਕ ਦੇ ਬਾਰੇ ਵਿੱਚ, ਜਿਹੜੀ ਚੀਜ਼ ਦਾ ਅਸੀਂ 8-7 ਸਾਲ 9 ਮਹੀਨੇ ਜ਼ਿਕਰ ਵੀ ਨਹੀਂ ਕੀਤਾ। ਹਮੇਸ਼ਾ ਜਦੋਂ ਮੀਟਿੰਗ ਹੋਈ ਹੈ 550 ਬੈਡ ਦੀ ਹੋਈ ਹੈ, ਇਹ ਇੱਕਦਮ ਡੈਲਜਿਸ ਔਰ ਫਰੰਟ ਇੱਕ ਪੂਰਾ ਬਲਾਕ ਉਹਨੂੰ ਦੇ ਦਿੱਤਾ ਨੇ। ਬੜੀ ਹੈਰਾਨਗੀ ਦੀ ਗੱਲ ਹੈ ਕਿ ਦਿੱਲੀ, ਮੈਂ ਇਸੀ ਕਰਕੇ ਕਹਿ ਰਿਹਾ ਇਹਨਾਂ ਨੂੰ ਕਦੋਂ ਦਾ ਅਸਤੀਫਾ ਦੇ ਦੇਣਾ ਚਾਹੀਦਾ। ਇਹਨਾਂ ਦੇ ਵਿੱਚ ਕੋਈ ਸੋਚ ਵੀ ਨਹੀਂ ਹੈਗੀ ਹੈ ਕਿ ਤੁਸੀਂ ਕਰ ਕੀ ਰਹੇ ਹੋ। ਹੁਣ ਉਹਦੇ ਨਾਲ ਪਤਾ ਨਹੀਂ 20 ਸਾਲ ਦਾ ਐਗਰੀਮੈਂਟ ਕੀਤਾ ਨੇ, ਲੀਜ਼ ਦਾ 30 ਸਾਲ ਦਾ ਕੀਤਾ ਨੇ, 10 ਸਾਲ ਦਾ ਕੀਤਾ ਨੇ। ਸੰਗਤਾਂ ਨੂੰ ਦਿਖਾ ਕਿਉਂ ਨਹੀਂ ਰਹੇ, ਦਿਖਾ ਕਿਉਂ ਨਹੀਂ ਰਹੇ? ਕਰੋੜ ਰੁਪਏ ਦੀ ਜਗ੍ਹਾ ਤੁਸੀਂ ਦੇ ਦਿੱਤੀ, ਤੁਸੀਂ ਦੱਸ ਅੱਗੇ ਤੇ ਆਓ ਨਾ। ਇੱਕ ਗੱਲ ਹੋਰ ਸਾਡੇ ਸਾਹਮਣੇ ਆਈ ਹੈ, ਉਹ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਜਿਹੜੀਆਂ ਮਸ਼ੀਨਾਂ ਲੱਗੀਆਂ ਨੇ ਉਹ ਵੀ ਸੈਕਿੰਡ ਹੈਂਡ ਮਸ਼ੀਨਾਂ ਨੇ, ਕੋਈ ਨਵੀਆਂ ਮਸ਼ੀਨਾਂ ਨਹੀਂ ਨੇ। ਉਹ ਲੋਕਲ ਮਸ਼ੀਨਾਂ ਹੈਗੀਆਂ, ਕੋਈ ਬ੍ਰਾਂਡ ਵਾਲੀਆਂ ਮਸ਼ੀਨਾਂ ਨਹੀਂ ਹੈਗੀਆਂ, ਕੰਪਨੀ ਦੀਆਂ ਨਹੀਂ, ਲੋਕਲ ਮਸ਼ੀਨਾਂ ਹੈਗੀਆਂ, ਉਸ ਤੇ ਕੋਈ ਬ੍ਰਾਂਡ ਨਹੀਂ ਹੈਗਾ ਔਰ ਬ੍ਰਾਂਡ ਵੀ ਨਹੀਂ ਹੈਗਾ। ਨਾਲ ਤੁਸੀਂ 1.5 ਕਰੋੜ 2 ਕਰੋੜ ਰੁਪਏ ਦੇ ਪਿੱਛੇ, ਜਦ ਮੈਂ ਕਹਿ ਰਿਹਾ ਆਪਦੇ 70 ਲੱਖ ਦੇ ਬੈੱਡ ਬਾਬਾ ਜੀ ਨੇ ਲੈ ਕੇ ਦੇ ਦਿੱਤੇ ਸੁਰਿੰਦਰ ਸਿੰਘ ਜੀ ਨੇ, ਤੇ ਆਪ ਨੂੰ 1.5 ਜਾਂ 2 ਕਰੋੜ ਵੀ ਬਾਬਾ ਜੀ ਨੂੰ ਕਹਿੰਦੇ ਉਹ ਲਗਾ ਦਿੰਦੇ ਤੇ 1600-1700 ਰੁਪਇਆ ਸਿੱਧਾ ਡਾਇਰੈਕਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਉਂਦਾ ਔਰ ਤੁਸੀਂ ਮਾਲਕ ਬਣੇ ਰਹਿੰਦੇ। ਹੁਣ ਤੁਸੀਂ ਉਹਨੂੰ ਟ੍ਰਾਂਸਫਰ ਨਹੀਂ ਕਰ ਸਕਦੇ, ਤੁਸੀਂ ਹੁਣ 20 ਸਾਲ ਦੀ ਅਗਰ ਦਿੱਤੀ ਹੈ, ਤੁਸੀਂ ਫਰੰਟ ਦੇ ਕੇ ਉਹਨੂੰ ਇਹ ਨਹੀਂ ਕਹਿ ਸਕਦੇ, ਉਹ ਕੋਰਟ ਚਲਾ ਜਾਏਗਾ, ਸਟੇ ਲਏਗਾ ਉੱਥੋਂ ਜਾ ਕੇ ਕਿ ਆਪ ਹੁਣ ਤੁਸੀਂ ਪਿੱਛੇ ਚਲੇ ਜਾਓ। मतलब 2 मिनट में अपने कागज, अगर ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਹੀਏ ਤਾਂ ਇੱਕ ਮਰਿਆ ਸੱਪ ਬਾਦਲ ਦਲ ਨੇ ਸਿੱਖ ਸੰਗਤ ਦੇ ਗਲ ਦੇ ਵਿੱਚ ਹੋਰ ਪਾਤਾ, मतलब इतना ਵੱਡਾ ਪਾਤਾ ਨਿਕਲ ਹੀ ਨਹੀਂ ਸਕੇਗਾ। ਇਹ ਗਲੇ ਚਟਕ ਗਿਆ ਹੈਗਾ, ਨਾ ਅੰਦਰ ਜਾਏਗਾ ਨਾ ਬਾਹਰ ਆਏਗਾ, ਇਹ ਸੱਪ ਗਲੇ ਚ ਚਲਾ ਗਿਆ ਹੈਗਾ। ਮੈਂ ਤੇ ਕਹਾਂਗਾ ਕਿ ਪਤਾ ਨਹੀਂ
ਇਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਲੈਕਸ਼ਨ ਇਸ ਵਾਰੀ ਤੁਸੀਂ ਲੜ ਰਹੇ ਹੋ? हाँ, मैं लड़ रहा और मैं सपोर्ट भी केंद्रीय गुरु सिख सभा वालों इस बार सरना गुट दी कर रहे हैं कि उन्होंने बाला साहब गुरुद्वारे अरदास की है कि ਅਸੀਂ जिस तरह जित के आवांगे ਅਸਾਂ ਦੀ ਸੰਸਥਾ ਆਏਗੀ ਤੇ ਅਸੀਂ ਨਾਲ ਦੇ ਨਾਲ ਹੀ ਸਭ ਤੋਂ ਪਹਿਲੇ ਇਹ 550 ਦਾ ਬੈੱਡ ਦਾ ਹਸਪੀਟਲ ਚਾਲੂ ਕਰਾਂਗੇ। अच्छा, मैं एक गल रखना चाहता हूं जी सुप्रीत सिंह जी लास्ट पॉइंट सर देखो, क्योंकि मैं एक इस चीज उत्ते बहुत एक्टिविज्म कीती है, ग्राउंड लेवल ते एक्टिविज्म कीती है जी। मेरी इस वीडियो नु, इस लाइव डिस्कशन नु काफी सारी सिख संगत भी देख रही होणगियां ते काफी पॉलिटिकल पार्टीज भी देख रही होणगियां ਜਿਹੜੇ कि पंथक कारज अंदर यतनशील ने। मेरी सारे पंथक पार्टियां दे अगे हाथ जोड़ के अपील है कि भावें सारी पॉलिटिकल पार्टीज ਜਿਹੜੇ भी एजेंडे ਦੇ ਉੱਤੇ इलेक्शंस लड़ रही ने लड़ो, कौम ਦੀ सेवा करनी है, गुरुद्वारे ਦੀ सेवा करनी है, करो, पर ग्राउंड ਲੈਵਲ ਤੇ ਜਿਹੜੇ ਸਿੱਖ ਸੰਗਤ ਹੈ ਉਹਨਾਂ ਦੀ ਐਕਸਪੈਕਟੇਸ਼ਨ ਨੂੰ ਤੁਹਾਨੂੰ ਧਿਆਨ 'ਚ ਰੱਖਣਾ ਪਏਗਾ, ਤੁਹਾਨੂੰ ਸਿੱਖ ਸੰਗਤਾਂ ਦੀ ਨਬਜ਼ ਨੂੰ ਫੜਨਾ ਪਏਗਾ। ਦਿੱਲੀ ਦੀ ਸਿੱਖ ਸੰਗਤ ਇਸ ਵੇਲੇ ਇਹ ਚਾਹੁੰਦੀ ਹੈ ਕਿ ਇਹਦੇ ਉੱਤੇ ਰਾਜਨੀਤੀ ਬਹੁਤ ਹੋ ਗਈ, ਸਾਨੂੰ 550 ਬੈੱਡਸ ਵਾਲਾ ਆਪਰੇਸ਼ਨਲ ਮਲਟੀ ਸਪੈਸ਼ਲਿਟੀ ਹਸਪੀਟਲ ਚਾਹੀਦਾ ਹੈ ਤੇ ਸਾਡੇ ਬੱਚਿਆਂ ਦੇ ਲਈ ਇੱਕ ਮਾਈਨੋਰਿਟੀ ਸਟੇਟਸ ਵਾਲਾ ਮੈਡੀਕਲ ਕਾਲਜ ਚਾਹੀਦਾ ਜਿੱਥੇ ਸਾਡੇ ਬੱਚਿਆਂ ਨੂੰ MBBS ਤੇ MDS ਦੀ ਸੀਟਾਂ ਮਿਲ ਸਕਣ। ਤੇ ਇਹ ਜਿਹੜੀ ਚੀਜ਼ ਹੈਗੀ ਹੈ ਗੁਰਦੁਆਰਾ ਕਮੇਟੀ ਕਿ ਅਸੀਂ ਵੈਲ ਐਸਟੈਬਲਿਸ਼ ਪ੍ਰੋਫੈਸ਼ਨਲ ਬਾਡੀ ਦੇ ਨਾਲ ਕੋਲੈਬੋਰੇਟ ਕਰਕੇ ਬਿਲਕੁਲ ਟ੍ਰਾਂਸਪੇਰੈਂਟ ਐਂਡ ਫੇਅਰ ਟਰਮਸ ਐਂਡ ਕੰਡੀਸ਼ਨਸ ਰੱਖ ਕੇ ਐਗਜ਼ੀਕਿਊਟਿਵ ਦੇ ਅੰਦਰ ਮਤਾ ਪਾਸ ਕਰੇ, ਜਨਰਲ ਹਾਊਸ ਬੁਲਾਏ, ਉਸ ਅੰਦਰ ਪਾਸ ਕਰਕੇ ਪ੍ਰੋਫੈਸ਼ਨਲ ਕੋਲੈਬੋਰੇਸ਼ਨ ਦੇ ਰਾਹੀਂ ਹੀ ਇਸ ਮੈਡੀਕਲ ਕਾਲਜ ਨੂੰ ਤੇ ਇਸ ਬਾਲਾ ਸਾਹਿਬ ਹਸਪੀਟਲ ਨੂੰ ਸਹੀ ਤਰੀਕੇ ਦੇ ਨਾਲ ਪ੍ਰੋਫੈਸ਼ਨਲ ਵੇ ਦੇ ਨਾਲ ਚਲਾਏ। ਇਹ ਨਾ ਹੋਏ ਕਿ ਕੋਈ ਅਨਪੜ੍ਹ ਗਵਾਰ ਕੋਈ ਦਿੱਲੀ ਕਮੇਟੀ ਦਾ ਜਾਂ ਕਿਸੇ ਪੋਲੀਟੀਕਲ ਪਾਰਟੀ ਦੇ ਬੰਦੇ ਨੂੰ ਉੱਥੇ ਚੇਅਰਮੈਨ ਬਣਾਤਾ ਜਾਏ, ਕੋਈ ਮੈਨੇਜਰ ਬਣ ਕੇ ਆ ਗਿਆ, ਉਹ ਚੀਜ਼ ਨਹੀਂ ਚਾਹੀਦੀ। ਪ੍ਰੋਫੈਸ਼ਨਲ ਡਾਕਟਰਸ ਦੀ ਟੀਮ ਚਾਹੀਦੀ ਹੈ ਜਿਹੜਾ ਕਿ ਪ੍ਰੋਫੈਸ਼ਨਲ ਦੇ ਤਰੀਕੇ ਦੇ ਨਾਲ ਇਹਨੂੰ ਚਲਾਇਆ ਜਾਏ। ਥੋੜੀ ਬਹੁਤ ਫੀਸ ਰੱਖੀ ਜਾ ਸਕਦੀ ਹੈ ਜਿਹੜੇ ਕਿ ਅਫੋਰਡੇਬਲ ਹੋਏ ਤੇ ਇਸ ਮਾਡਲ ਨੂੰ ਸਸਟੇਨੇਬਲ ਮਾਡਲ ਰੱਖਣ ਦੇ ਲਈ ਅਗਲੇ ਲੰਬੇ 10 20 50 ਸਾਲ ਤੱਕ ਇਸ ਹਸਪੀਟਲ ਨੂੰ ਚਲਾਉਣ ਦੇ ਲਈ ਇੱਕ ਪ੍ਰੋਫੈਸ਼ਨਲ ਬਾਡੀ ਦੀ ਇੱਕ ਪ੍ਰੋਫੈਸ਼ਨਲ ਕੋਲੈਬੋਰੇਸ਼ਨ ਦੀ ਲੋੜ ਹੈਗੀ ਹੈ। ਇਹ ਸਾਰੀ ਪੋਲੀਟੀਕਲ ਪਾਰਟੀਆਂ ਦੇ ਅੱਗੇ ਮੈਂ ਬੇਨਤੀ ਕਰਨਾ ਚਾਹੁੰਦਾ ਤੇ ਇਹ ਮੇਰੀ ਨਹੀਂ, ਐਸੇ ਦੀ ਸਾਰੀ ਦਿੱਲੀ ਦੀ ਸਿੱਖ ਸੰਗਤ ਦੀ ਆਵਾਜ਼ ਹੈ। ਜੀ ਵੀਰ ਜੀ, ਮੈਂ ਭਾਈ ਸਾਹਿਬ ਇਸ ਬਾਰੇ ਚ ਵੀ ਕਹਿਣਾ ਚਾਹੁੰਦਾ, ਇਹਨਾਂ ਨੇ ਇੱਕ ਟੀਮ ਵੀ ਬਣਾਈ ਸੀ, ਉਹਦੇ ਚ ਡਾਕਟਰ ਲੇਖੀ ਸੀ, ਡਾਕਟਰ ਗਰੇਵਾਲ ਸੀ, ਹੋਰ ਸੀ 15-20 ਡਾਕਟਰਾਂ ਦੀ ਟੀਮ ਸੀ। ਲੇਕਿਨ ਉਹਨਾਂ ਨੇ ਜਦੋਂ ਦੇਖਿਆ ਹੈਗਾ ਕਿ ਇਹ ਤੇ ਆਪਣੇ ਫਾਇਦੇ ਵਾਸਤੇ ਸਭ ਕੁਝ ਕਰ ਰਹੇ ਨੇ ਤੇ ਉਹ ਟੀਮ ਆਣੀ ਬੰਦ ਹੋ ਗਈ। ਉਹ ਵੀ ਬਣੀ ਸੀ ਜੀ ਡਾਕਟਰਾਂ ਦੀ ਟੀਮ ਜਿਹੜੇ ਬੜੇ ਤਜਰਬਾਨ ਔਰ ਜਿਹੜੇ ਖੁਦ ਸੇਵਾ ਕਰਨਾ ਚਾਹੁੰਦੇ, ਲੇਕਿਨ ਉਹਨਾਂ ਨੇ ਜਦੋਂ ਦੇਖਿਆ ਆਸਤਾ ਆਸਤਾ ਕਿ ਇਹ ਤੇ ਕੰਮ ਖਰਾਬ ਹੋ ਰਿਹਾ ਤੇ ਉਹ ਆਣਾ ਬੰਦ ਹੋ ਜੀ। ਮੈਂ ਤੁਹਾਡੇ ਦੋਹਾਂ ਜੀਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਔਰ ਨਾਲ ਹੀ ਇੱਕ ਵਾਰੀ ਫੇਰ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੀਆਂ ਜਦੋਂ ਵੀ ਇਹੋ ਜਿਹੀਆਂ ਪਾਰਟੀਆਂ ਸਾਡੇ ਨਾਲ ਕੋਈ ਵੀ ਕਪਲਾ ਜਾਂ ਇਹ ਗਲਤ ਤਰੀਕੇ ਦੇ ਸੌਦੇ ਕਰਦੀਆਂ ਨੇ ਤਾਂ ਸਾਨੂੰ ਉਸੇ ਵੇਲੇ ਉਹਨਾਂ ਕੋਲ ਜਵਾਬ ਮੰਗਣੇ ਚਾਹੀਦੇ ਨੇ, ਨਾ ਕਿ ਅਸੀਂ ਬਲਾਈਂਡਲੀ ਫੇਥ ਕਰਕੇ ਉਹਨਾਂ ਦੀ ਵਾਹ ਵਾਹ ਕਰੀ ਜਾਈਏ, ਜੈ ਜੈਕਾਰ ਕਰੀ ਜਾਈਏ। ਹੁਣ ਇਹ ਜੇਕਰ ਇਹ ਹਸਪਤਾਲ ਦੀ ਕੋਈ ਲੀਜ਼ ਲਿਖੀ ਗਈ ਹੈ ਡਾਇਲਿਸਿਸ ਸੈਂਟਰ ਦੀ, ਤਾਂ ਪਾਰਟੀ ਜਿਹੜੀ ਮਰਜ਼ੀ ਆਵੇ ਹੁਣ ਉਹਨੂੰ ਉਤਾਰ ਪਾਏਗੀ ਕਿ ਉਹ ਉਸ ਲੀਜ਼ ਨੂੰ ਕੈਂਸਲ ਕਰ ਪਾਏਗੀ? ਹੋਏਗਾ ਕਿ ਅਗਰ ਉਹ ਲੀਜ਼ ਕੈਂਸਲ ਕਰ ਦਿੰਦੀ ਹੈ ਤਾਂ ਫਿਰ ਇਹ ਵਾਲੀ ਪਾਰਟੀ ਆਖੇਗੀ ਕਿ ਅਸੀਂ ਤਾਂ ਡਾਇਲਿਸਿਸ ਸੈਂਟਰ ਬਣਾਏ ਸੀ, ਤੁਸੀਂ ਕੈਂਸਲ ਕਰਾਤਾ। ਜੇਕਰ ਉਹ ਇਹ ਲੀਜ਼ ਕੈਂਸਲ ਨਹੀਂ ਕਰਾ ਪਾਏਗੀ ਕਾਨੂੰਨੀ ਤੌਰ ਤੇ, ਤਾਂ ਫਿਰ ਇਹ ਪਾਰਟੀਆਂ ਰੋਲਾਂ ਪਾਣੀਆਂ ਜਾਂ ਸਾਰੇ ਸੰਗਤ ਅਸੀਂ ਕਵਾਂਗੇ ਕਿ ਜਿਹੜੀ ਵੀ ਨਵੀਂ ਪਾਰਟੀ ਆਈ ਹੈ ਉਹਨੇ ਵਾਅਦੇ ਤਾਂ ਕੀਤੇ ਸਨ ਉਹ ਪੂਰੇ ਨਹੀਂ ਕਰ ਪਾਏ। ਲੇਕਿਨ ਅਗਰ ਅਸੀਂ ਕਾਨੂੰਨੀ ਤੌਰ ਤੇ ਅਗਰ ਇਹਨੇ ਜਕੜੇ ਜਾਈਏ, ਅਗਰ ਅਸੀਂ ਪਹਿਲਾਂ ਹੀ ਆਪਣੇ ਆਪ ਨੂੰ ਬਚਾ ਕੇ ਨਾ ਚੱਲੀਏ ਤਾਂ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਾਡੇ ਤੇ ਆਣੀਆਂ ਬਿਲਕੁਲ ਨੈਚੁਰਲ ਨੇ। ਸਾਨੂੰ ਪਹਿਲਾਂ ਹੀ ਇਸ ਚੀਜ਼ ਤੋਂ ਸਾਵਧਾਨ ਹੋਣਾ ਪਏਗਾ। ਹੁਣ ਜਿਹੜਾ ਇਲੈਕਸ਼ਨ ਆਉਣ ਵਾਲਾ ਵੇ, ਇਹਨਾਂ ਸਵਾਲਾਂ ਨੂੰ ਜ਼ਰੂਰ ਪੁੱਛਿਆ ਜਾਵੇ ਕਿ ਜਿਹੜੇ ਸਾਡੇ ਸੇਵਾਦਾਰ ਬਣ ਕੇ ਅੱਗੇ ਆ ਰਹੇ ਨੇ, ਕੀ ਉਹ ਸੇਵਾ ਕਰਨ ਦੇ ਕਾਬਿਲ ਹੈ ਨੇ? ਕੀ ਸਾਡਾ ਗੁਰਮਤ ਦਾ ਪ੍ਰਚਾਰ ਕਰਨ ਦੀ ਜਿਹੜੀ ਗੱਲ ਕਰਦੇ ਸਨ ਕਿ ਗੁਰਮਤ ਉਹਨਾਂ ਨੂੰ ਆਉਂਦੀ ਹੈ? ਕਿ ਉਹਨਾਂ ਨੇ ਕਦੀ ਪਾਠ ਕੀਤਾ ਵੇ? ਕੀ ਉਹਨਾਂ ਨੂੰ ਕਦੀ ਨਿਤਨੇਮ ਕੀਤਾ ਵੇ? ਕੀ ਉਹਨਾਂ ਨੂੰ ਗੁਰਬਾਣੀ ਦੀ ਸਮਝ ਹੈ? ਕੀ ਉਹਨਾਂ ਨੂੰ ਸੇਵਾ ਦੀ ਸਮਝ ਹੈ? ਜਾਂ ਕਿ ਸਿਰਫ ਉਹ ਸੌਦੇਬਾਜ਼ੀ ਕਰਨ ਵਾਸਤੇ ਹੀ ਆ ਰਹੇ ਨੇ? ਸਾਡੇ ਇਮੋਸ਼ਨਸ ਨਾਲ ਖੇਡ ਕੇ ਸਾਡੀਆਂ ਵੋਟਾਂ ਨੂੰ ਹਾਸਲ ਕਰਕੇ ਉਹਨਾਂ ਨੇ ਗੱਦੀਆਂ ਹਾਸਲ ਕਰਨੀਆਂ ਨੇ ਤੇ ਉਹਨਾਂ ਗੱਦੀਆਂ ਤੋਂ ਆਪਣੇ ਘਰ ਵੱਡੇ ਕਰਨੇ ਨੇ ਤੇ ਗੁਰੂ ਦੇ ਘਰ ਨੂੰ, ਗੁਰਦੁਆਰੇ ਨੂੰ ਉਹਨਾਂ ਨੇ ਹਮੇਸ਼ਾ ਨੁਕਸਾਨ ਹੀ ਪਹੁੰਚਾਉਣਾ ਵੇ। ਇਹ ਸਵਾਲ ਸਾਨੂੰ ਆਪਣੇ ਜਿਹੜੇ ਵੀ ਸਾਡੇ ਕੋਲ ਆ ਰਹੇ ਨੇ ਵੋਟਾਂ ਮੰਗਣ, ਭਾਵੇਂ ਉਹ ਕਿਸੇ ਵੀ ਦਲ ਦਾ ਹੋਵੇ, ਇਹ ਪੁੱਛਣੇ ਸਾਡੇ ਇਸ ਵੇਲੇ ਬਿਲਕੁਲ ਜ਼ਰੂਰੀ ਨੇ। ਨਹੀਂ ਪੁੱਛੇ ਤਾਂ ਆਉਣ ਵਾਲੇ ਸਾਲਾਂ 'ਚ ਫਿਰ ਇਹੋ ਜਿਹੇ ਮਰੇ ਸਾਹਿਬ ਸਾਡੇ ਗੱਲ ਪੈਂਦੇ ਰਹਿਣਗੇ। ਮੈਂ ਦੋਹਾਂ ਦਾ ਧੰਨਵਾਦ ਕਰਦਾ ਹਾਂ ਵੀਰ ਜੀ, ਔਰ ਉਮੀਦ ਹੈ ਜਦੋਂ ਵੀ ਸਾਨੂੰ ਅੱਗੇ ਲੋੜ ਪਏਗੀ ਤੁਸੀਂ ਜ਼ਰੂਰ ਸਾਡੇ ਸੰਗਤਾਂ ਨਾਲ ਰੂਬਰੂ ਹੋਗੇ। ਬਹੁਤ ਵੀਰ ਜੀ, ਸਤਿ ਸ਼੍ਰੀ ਅਕਾਲ।